ਨਮਸਕਾਰ। ਅੱਜ ਦੇ ਸਾਰੇ ਦਰਸ਼ਕਾਂ ਨੂੰ ਸੰਜੇ ਚੋਪੜਾ ਵੱਲੋਂ ਨਮਸਕਾਰ। ਅੱਜ ਅਸੀਂ ਵਾਸਤੂ ਵਿਸ਼ੇ ਦੇ ਉੱਤੇ ਆਪ ਜੀ ਨੂੰ ਕੁਝ ਜਾਣਕਾਰੀ ਦੇਵਾਂਗੇ। ਵਾਸਤੂ ਇੱਕ ਐਸਾ ਸਬਜੈਕਟ ਹੈ ਜੋ ਕਿ ਜੋਤਿਸ਼ ਦੇ ਨਾਲ ਰਿਲੇਟਿਡ ਹੈ, ਜਿਸ ਦੇ ਵਿੱਚ ਕਿ ਸਾਰੇ ਹੀ ਗ੍ਰਹਿ ਆਉਂਦੇ ਹਨ, ਜਿਵੇਂ ਕਿ ਸੂਰਜ ਰੋਸ਼ਨੀ ਦਾ ਗ੍ਰਹਿ ਹੈ, ਤਪਸ਼ ਦਾ ਗ੍ਰਹਿ ਹੈ, ਧਰਤੀ ਸ਼ੁੱਕਰ ਗ੍ਰਹਿ ਹੈ। ਇਸੇ ਤਰ੍ਹਾਂ ਸਾਰੇ ਗ੍ਰਹਿਾਂ ਦਾ ਥੋੜ੍ਹਾ ਵਿਵਰਣ ਦੇ ਕੇ ਆਪ ਜੀ ਨੂੰ ਵਾਸਤੂ ਦੇ ਮੁਤਾਬਿਕ ਸਮਝਾਇਆ ਜਾਵੇਗਾ ਕਿ ਇੱਕ ਇਨਸਾਨ ਦਾ ਜਿਹੜਾ ਘਰ ਹੈ ਉਹ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ, ਕਿਸ ਤਰ੍ਹਾਂ ਬਣਾਉਣਾ ਚਾਹੀਦਾ ਹੈ, ਜਾਂ ਪੁਰਾਣੇ ਬਣੇ ਹੋਏ ਮਕਾਨ ਨੂੰ ਕਿਸ ਤਰੀਕੇ ਦੇ ਨਾਲ ਸੁਧਾਰਿਆ ਜਾਣਾ ਚਾਹੀਦਾ ਹੈ। ਸਭ ਤੋਂ ਪਹਿਲੇ ਅਸੀਂ ਦੇਖਦੇ ਹਾਂ ਕਿ ਧਰਤੀ ਤੋਂ ਕੋਈ ਵੀ ਚੀਜ਼ ਅਸੀਂ ਉੱਪਰ ਨੂੰ ਸਿੱਟੀਏ ਤਾਂ ਉਹ ਵਾਪਸ ਧਰਤੀ ਦੇ ਉੱਤੇ ਆ ਜਾਂਦੀ ਹੈ, ਜਿਸ ਨੂੰ ਕਿ ਗੁਰਤਵਾਕਰਸ਼ਣ ਦਾ ਨਿਯਮ ਕਿਹਾ ਜਾਂਦਾ ਹੈ। ਧਰਤੀ ਉਸ ਚੀਜ਼ ਨੂੰ ਆਪਣੇ ਵੱਲ ਖਿੱਚ ਲੈਂਦੀ ਹੈ। ਇਸੇ ਤਰ੍ਹਾਂ ਚੁੰਬਕ ਦੇ ਦੋ ਸਿਰੇ ਹੁੰਦੇ ਹਨ, ਇੱਕ ਨੂੰ ਨਾਰਥ ਕਿਹਾ ਜਾਂਦਾ ਹੈ, ਇੱਕ ਨੂੰ ਸਾਊਥ ਕਿਹਾ ਜਾਂਦਾ ਹੈ। ਚੁੰਬਕ ਹਰ ਲੋਹੇ ਦੀ ਵਸਤੂ ਨੂੰ ਆਪਣੇ ਵੱਲ ਖਿੱਚ ਲੈਂਦਾ ਹੈ, ਪਰ ਜਦੋਂ ਇੱਕ ਚੁੰਬਕ ਦੇ ਟੁਕੜੇ ਨੂੰ ਅਸੀਂ ਤੋੜਦੇ ਹਾਂ, ਉਸਦੇ ਜਿੰਨੇ ਵੀ ਟੁਕੜੇ ਕਰ ਦਈਏ, ਸਾਰੇ ਟੁਕੜੇ ਹੀ ਆਪਣਾ ਆਪਣਾ ਨਾਰਥ ਅਤੇ ਸਾਊਥ ਲੈ ਲੈਂਦੇ ਹਨ। ਇਸੇ ਤਰ੍ਹਾਂ ਜਿਹੜਾ ਵੀ ਜ਼ਮੀਨ ਦਾ ਟੁਕੜਾ ਅਸੀਂ ਕਿਸੇ ਵੀ ਦੇਸ਼, ਕਿਸੇ ਵੀ ਧਰਤੀ ਦਾ ਖਰੀਦਦੇ ਹਾਂ, ਜਿਸ ਤਰ੍ਹਾਂ ਹੀ ਅਸੀਂ ਖਰੀਦਦੇ ਹਾਂ ਤਾਂ ਉਹ ਟੁਕੜਾ ਆਪਣਾ ਨਾਰਥ ਅਤੇ ਸਾਊਥ ਲੈ ਲੈਂਦਾ ਹੈ ਅਤੇ ਉਸ ਦੇ ਵਿੱਚ ਇੱਕ ਵਾਸਤੂ ਪੁਰਸ਼ ਆ ਕੇ ਸੋ ਜਾਂਦਾ ਹੈ। ਉਸ ਵਾਸਤੂ ਪੁਰਸ਼ ਦਾ ਸਿਰ ਕਿੱਥੇ ਹੈ, ਉਸ ਦਾ ਨੱਕ ਕਿੱਥੇ ਹੈ, ਉਸ ਦੀਆਂ ਬਾਹਾਂ ਕਿੱਥੇ ਹਨ, ਉਸ ਦੇ ਪੈਰ ਕਿੱਥੇ ਹਨ, ਉਸ ਦਾ ਪੇਟ ਕਿੱਥੇ ਹੈ, ਇਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਵਾਸਤੂ ਇੱਕ ਵਿਸ਼ਾ ਬਣਿਆ। ਇਸ ਦੇ ਵਿੱਚ ਸਭ ਤੋਂ ਪਹਿਲੇ ਇੱਕ ਆਮ ਆਦਮੀ ਜੋ ਕਿ ਘਰ ਦੇ ਵਿੱਚ ਰਹਿੰਦਾ ਹੈ, ਜਿਸ ਨੂੰ ਕਿ ਬਹੁਤੀ ਜ਼ਿਆਦਾ ਨੌਲੇਜ ਨਹੀਂ ਹੁੰਦੀ, ਉਸ ਨੂੰ ਦਿਸ਼ਾਵਾਂ ਦਾ ਵੀ ਗਿਆਨ ਨਹੀਂ ਹੁੰਦਾ। ਸਭ ਤੋਂ ਪਹਿਲੇ ਅਸੀਂ 4 ਦਿਸ਼ਾਵਾਂ ਪੂਰਬ, ਪੱਛਮ, ਉੱਤਰ ਅਤੇ ਦੱਖਣ ਦਾ ਗਿਆਨ ਦਿੰਦੇ ਹਾਂ, ਜਿਹੜਾ ਕਿ ਲੱਭਣਾ ਬਹੁਤ ਹੀ ਆਸਾਨ ਹੈ। ਜੋ ਵੀ ਪਲਾਟ ਤੁਹਾਡਾ ਆਪਣਾ ਹੈ ਜਾਂ ਘਰ ਹੈ ਜੋ ਬਣਿਆ ਹੋਇਆ ਹੈ, ਉਸ ਦੀ ਛੱਤ ਦੇ ਉੱਤੇ ਚਲੇ ਜਾਓ ਜਾਂ ਪਲਾਟ ਦੇ ਸੈਂਟਰ ਦੇ ਵਿੱਚ ਖੜੇ ਹੋ ਜਾਓ। ਸਵੇਰੇ ਤਕਰੀਬਨ 6 ਵਜੇ ਦਾ ਟਾਈਮ ਹੋਵੇ, ਉਸ ਵੇਲੇ ਦੇਖੋ ਸੂਰਜ ਕਿੱਧਰੋਂ ਨਿਕਲਦਾ ਹੈ, ਸੂਰਜ ਕਿੱਧਰੋਂ ਉੱਗਦਾ ਹੈ। ਜਦੋਂ ਸਾਡਾ ਮੂੰਹ ਸੂਰਜ ਵੱਲ ਨੂੰ ਹੋਏਗਾ, ਜਿੱਧਰੋਂ ਸੂਰਜ ਨਿਕਲੇਗਾ, ਉਸ ਜਗ੍ਹਾ ਨੂੰ ਅਸੀਂ ਪੂਰਬ ਦਿਸ਼ਾ ਕਹਾਂਗੇ। ਉਸ ਜਗ੍ਹਾ ਦੇ ਉੱਤੇ ਨਿਸ਼ਾਨ ਲਗਾ ਕੇ ਤੁਸੀਂ ਪੂਰਬ ਲਿਖ ਸਕਦੇ ਹੋ। ਉਹ ਕੋਨਾ ਪੂਰਬ ਦਾ ਕੋਨਾ ਹੈ, ਜਦਕਿ ਬਿਲਕੁਲ ਸਾਡੇ ਸਿਰ ਦੇ ਪਿਛਲੇ ਪਾਸੇ, ਜਿੱਧਰ ਨੂੰ ਅਸੀਂ ਪੂਰਬ ਦਾ ਨਿਸ਼ਾਨ ਲਾਇਆ ਹੈ, ਉਹਦੇ ਬਿਲਕੁਲ ਉਲਟੇ ਪਾਸੇ ਪੱਛਮ ਹੈ। ਜਦੋਂ ਅਸੀਂ ਆਪਣਾ ਖੱਬਾ ਹੱਥ ਦੇਖਾਂਗੇ ਤਾਂ ਖੱਬੇ ਹੱਥ ਦੇ ਉੱਤੇ ਉੱਤਰ ਅਤੇ ਸੱਜਾ ਹੱਥ ਦੇਖਾਂਗੇ ਤਾਂ ਸੱਜੇ ਹੱਥ ਦੇ ਉੱਤੇ ਦੱਖਣ ਹੈ। ਜਿਸ ਤਰੀਕੇ ਦੇ ਨਾਲ ਅਸੀਂ ਚਾਰੋਂ ਦਿਸ਼ਾਵਾਂ ਨੂੰ ਲੱਭ ਸਕਦੇ ਹਾਂ। ਇਹ ਚਾਰੋਂ ਦਿਸ਼ਾਵਾਂ ਪੂਰਬ, ਪੱਛਮ, ਉੱਤਰ, ਦੱਖਣ ਅਲੱਗ-ਅਲੱਗ ਤਰੀਕੇ ਦੇ ਨਾਲ ਅਲੱਗ-ਅਲੱਗ ਫਲ ਸਾਨੂੰ ਦਿੰਦੀਆਂ ਹਨ। ਬਹੁਤ ਸਾਰੇ ਲੋਕਾਂ ਦਾ ਵਿਚਾਰ ਹੈ ਕਿ ਦੱਖਣ ਭੈੜਾ ਹੁੰਦਾ ਹੈ, ਪੂਰਬ ਅੱਛਾ ਹੁੰਦਾ ਹੈ, ਪਰ ਹਰ ਪਲਾਟ, ਹਰ ਮਕਾਨ ਪੂਰਬ ਦੇ ਵਿੱਚ ਨਹੀਂ ਹੋ ਸਕਦਾ। ਜ਼ਮੀਨ ਦੀ ਘਾਟ ਦੇ ਕਾਰਨ ਸੜਕਾਂ ਦੱਖਣ ਵੱਲ ਨੂੰ ਵੀ ਜਾਂਦੀਆਂ ਹਨ, ਪੂਰਬ ਵੱਲ ਨੂੰ ਵੀ ਜਾਂਦੀਆਂ ਹਨ, ਪੱਛਮ ਵੱਲ ਨੂੰ ਵੀ ਜਾਂਦੀਆਂ ਹਨ। ਹਰ ਇੱਕ ਨੂੰ ਅਲੱਗ-ਅਲੱਗ ਦਿਸ਼ਾਵਾਂ ਮਿਲਦੀਆਂ ਹਨ। ਅਸੀਂ ਇਹ ਦੇਖਣਾ ਹੈ ਕਿ ਅਸੀਂ ਵਾਸਤੂ ਦੇ ਮੁਤਾਬਕ ਹਰ ਦਿਸ਼ਾ ਦੇ ਵਿੱਚ ਮਕਾਨ ਨੂੰ ਕਿਸ ਤਰੀਕੇ ਦੇ ਨਾਲ ਬਣਾ ਸਕੀਏ। ਸਭ ਤੋਂ ਪਹਿਲੇ ਅਸੀਂ ਦਿਸ਼ਾਵਾਂ ਦਾ ਗਿਆਨ ਕਰਦੇ ਹੋਏ ਇਹ ਦੇਖਦੇ ਹਾਂ ਕਿ ਪੂਰਬ 'ਚੋਂ ਸੂਰਜ ਨਿਕਲਦਾ ਹੈ ਔਰ ਪੱਛਮ ਦੇ ਵਿੱਚ ਸੂਰਜ ਛੁਪਦਾ ਹੈ। ਪੂਰਬ ਔਰ ਪੱਛਮ ਦੇ ਵਿੱਚ ਜਦੋਂ ਸੂਰਜ ਛੁਪਦਾ ਹੈ ਤਾਂ ਸੂਰਜ ਇੱਕ ਘੜੀ ਦੀ ਸੂਈ ਦੇ ਵਾਂਗ ਚੱਲਦਾ ਹੈ, ਯਾਨੀ ਕਿ ਸੱਜੇ ਹੱਥ ਨੂੰ ਹੀ ਚੱਲਦਾ ਜਾਂਦਾ ਹੈ, ਕਲੌਕਵਾਈਜ਼ ਚੱਲਦਾ ਹੈ। ਜਦੋਂ ਉਹ ਬਿਲਕੁਲ ਸੈਂਟਰ ਦੇ ਵਿੱਚ ਪਹੁੰਚਦਾ ਹੈ, ਜਿਸ ਵੇਲੇ ਦੁਪਹਿਰ ਦਾ ਟਾਈਮ ਹੁੰਦਾ ਹੈ, ਉਹ ਦੱਖਣ ਦਿਸ਼ਾ ਦੇ ਵਿੱਚ ਹੁੰਦਾ ਹੈ, ਜਿਸ ਨੂੰ ਕਿ ਗਰਮ ਕਿਹਾ ਜਾਂਦਾ ਹੈ। ਉਸ ਵੇਲੇ ਸੂਰਜ ਆਪਣੀ ਪੂਰੀ ਤਪਸ਼ ਦੇ ਵਿੱਚ ਹੁੰਦਾ ਹੈ। ਉਸ ਵੇਲੇ ਦੱਖਣੀ ਸੂਰਜ ਕਿਹਾ ਜਾਂਦਾ ਹੈ। ਦੱਖਣ ਦੇ ਵਿੱਚ ਸੂਰਜ ਆਪਣੀ ਗਰਮੈਸ਼ ਪੂਰਨ ਰੱਖਦਾ ਹੈ। ਉਹਦੇ ਬਾਅਦ ਉਹ ਢਲਣਾ ਸ਼ੁਰੂ ਹੋ ਜਾਂਦਾ ਹੈ ਅਤੇ ਪੱਛਮ ਦੇ ਵਿੱਚ ਜਾ ਕੇ ਪੂਰਨ ਰੂਪ ਦੇ ਵਿੱਚ ਢਲ ਜਾਂਦਾ ਹੈ। ਸਭ ਤੋਂ ਪਹਿਲੇ ਕੋਈ ਵੀ ਮਕਾਨ ਜਦੋਂ ਅਸੀਂ ਬਣਾਉਂਦੇ ਹਾਂ ਤਾਂ ਉਹਦਾ ਪੂਰਬ ਦਾ ਪੋਰਸ਼ਨ ਧੁੱਪ ਦੇ ਵਾਸਤੇ ਗਿਣਿਆ ਜਾਂਦਾ ਹੈ ਕਿ ਉਹਦੇ ਵਿੱਚ ਇੱਕ ਨਵੀਂ ਸੂਰਜ ਉਹਦੇ ਦੀਆਂ ਕਿਰਨਾਂ ਪੈਣ। ਜਿਹੜਾ ਕਿ ਪੂਰਬ ਦੀ ਦਿਸ਼ਾ ਹੈ, ਇਸ ਨੂੰ ਸਾਨੂੰ ਹਮੇਸ਼ਾ ਖਾਲੀ ਰੱਖਣਾ ਚਾਹੀਦਾ ਹੈ। ਪੂਰਬ ਦੀ ਦਿਸ਼ਾ ਜੇਕਰ ਖਾਲੀ ਨਹੀਂ ਹੋਵੇਗੀ ਤਾਂ ਘਰ ਦੇ ਵਿੱਚ ਬਹੁਤ ਤਰ੍ਹਾਂ ਦੇ ਨੁਕਸਾਨ ਹੋਣਗੇ, ਜਿਸ ਤਰ੍ਹਾਂ ਕਿ ਬਿਮਾਰੀਆਂ ਆਉਣਗੀਆਂ, ਜਿਸ ਤਰ੍ਹਾਂ ਕਿ ਧਨ ਦਾ ਨਾਸ਼ ਹੋਏਗਾ,
ਪੂਰਬ ਦੀ ਦਿਸ਼ਾ ਜੇਕਰ ਖਾਲੀ ਹੋਏਗੀ ਤਾਂ ਜਾ ਕੇ ਸਾਡਾ ਵਾਸਤੂ ਪੂਰਨ ਰੂਪ ਦੇ ਵਿੱਚ ਕੰਮ ਕਰੇਗਾ। ਇਹ ਦਿਸ਼ਾ ਪੂਰਬ ਦੀ ਖਾਲੀ ਚਾਹੀਦੀ ਹੈ। ਇਹ ਕੋਈ ਜ਼ਰੂਰੀ ਨਹੀਂ ਹੈ ਕਿ ਤੁਹਾਡਾ ਮੇਨ ਗੇਟ ਪੂਰਬ ਦੇ ਵਿੱਚ ਹੋਵੇ। ਅੱਜ ਅਸੀਂ ਜਿਹੜੀ ਵਾਸਤੂ ਦੇ ਬਾਰੇ ਤੁਹਾਨੂੰ ਦੱਸ ਰਹੇ ਹਾਂ ਉਹਦੇ ਵਿੱਚ ਦਿਸ਼ਾਵਾਂ ਦਾ ਗਿਆਨ ਹੈ। ਪੂਰਬ ਦਿਸ਼ਾ ਇੱਕ ਮਕਾਨ ਦੀ ਖਾਲੀ ਹੋਣੀ ਚਾਹੀਦੀ ਹੈ। ਪੂਰਬ ਦੇ ਵਿੱਚ ਸੂਰਜ ਉਗਦਾ ਹੈ, ਉਹ ਸਾਨੂੰ ਸਮਰਿੱਧੀ ਦਿੰਦਾ ਹੈ, ਸਾਡਾ ਨਾਮ ਰੌਸ਼ਨ ਕਰਦਾ ਹੈ। ਜਿਸ ਵੀ ਘਰ ਦਾ ਪੂਰਬ ਦਾ ਕੋਨਾ ਦਬਾਇਆ ਗਿਆ ਹੋਵੇ, ਉਸ ਦੇ ਵਿੱਚ ਕੋਈ ਕਮਰਾ ਬਣਾਇਆ ਗਿਆ ਹੋਵੇ, ਉਸ ਦੇ ਵਿੱਚ ਵਜ਼ਨ ਪਾਇਆ ਗਿਆ ਹੋਵੇ, ਉਸ ਘਰ ਦੀ ਸਮਰਿੱਧੀ ਉન્નਤੀ ਰੁਕ ਜਾਂਦੀ ਹੈ। ਇਸੇ ਤਰ੍ਹਾਂ ਉਸ ਤੋਂ ਉਲਟੇ ਪਾਸੇ ਪੱਛਮ ਦੀ ਦਿਸ਼ਾ ਹੈ। ਪੱਛਮ ਦੀ ਜਿਹੜੀ ਦਿਸ਼ਾ ਹੈ ਉਸ ਨੂੰ ਅਸੀਂ ਹਵਾ ਦਾ ਸਥਾਨ ਕਹਿੰਦੇ ਹਾਂ। ਜਿਹੜੀ ਪੂਰਬ ਤੋਂ ਸੱਜੇ ਹੱਥ ਦਿਸ਼ਾ ਹੈ ਜਿਹਨੂੰ ਅਸੀਂ ਦੱਖਣ ਕਹਿੰਦੇ ਹਾਂ, ਉਹਨੂੰ ਅਸੀਂ ਅੱਗ ਦਾ ਸਥਾਨ ਕਹਿੰਦੇ ਹਾਂ। ਇਸੇ ਤਰ੍ਹਾਂ ਪੂਰਬ ਤੋਂ ਖੱਬੇ ਹੱਥ ਜਿਹਨੂੰ ਅਸੀਂ ਉੱਤਰ ਕਹਿੰਦੇ ਹਾਂ, ਉਹਨੂੰ ਅਸੀਂ ਧਨ ਦਾ ਸਥਾਨ ਕਹਿੰਦੇ ਹਾਂ। ਅੱਜ ਸਭ ਤੋਂ ਪਹਿਲੇ ਤੁਹਾਨੂੰ ਇਹ ਦੱਸਿਆ ਜਾਵੇਗਾ ਕਿ ਪੂਰਬ ਦੀ ਦਿਸ਼ਾ ਸਾਨੂੰ ਸਮਰਿੱਧੀ ਦਿੰਦੀ ਹੈ, ਸਾਨੂੰ ਵੱਧ ਤੋਂ ਵੱਧ ਇੱਜ਼ਤ ਔਰ ਮਾਣ ਦਿੰਦੀ ਹੈ, ਔਰ ਉੱਤਰ ਦੀ ਦਿਸ਼ਾ ਸਾਨੂੰ ਧਨ ਦਿੰਦੀ ਹੈ। ਉੱਤਰ ਦਾ ਸਥਾਨ ਖਾਲੀ ਹੋਣਾ ਚਾਹੀਦਾ ਹੈ, ਪੂਰਬ ਦਾ ਸਥਾਨ ਖਾਲੀ ਹੋਣਾ ਚਾਹੀਦਾ ਹੈ। ਕੋਈ ਵੀ ਮਕਾਨ ਜਦੋਂ ਅਸੀਂ ਬਣਾਈਏ, ਪੂਰਬ ਦਾ ਸਥਾਨ ਖਾਲੀ ਰੱਖ ਕੇ ਉੱਤਰ ਦੇ ਸਥਾਨ ਦੇ ਵਿੱਚ ਜੇਕਰ ਅਸੀਂ ਇੱਕ ਕਾਰੀਡੋਰ ਦੇ ਦਈਏ, ਇੱਕ ਗੈਲਰੀ ਦੇ ਦਈਏ, ਖਾਲੀ ਰੱਖ ਲਈਏ ਤਾਂ ਉਹ ਸਥਾਨ ਉੱਤਮ ਹੋ ਜਾਂਦਾ ਹੈ, ਉਹ ਮਕਾਨ ਉੱਤਮ ਹੋ ਜਾਂਦਾ ਹੈ। ਉਸ ਦੇ ਕਿਸ ਤਰ੍ਹਾਂ ਦੇ ਫਾਇਦੇ ਮਿਲਦੇ ਹਨ, ਘਰ ਦੇ ਵਿੱਚ ਕੀ ਕਰਨਾ ਚਾਹੀਦਾ ਹੈ। ਪੂਰਬ ਦੀ ਦਿਸ਼ਾ ਨੂੰ ਬਿਲਕੁਲ ਖਾਲੀ ਰੱਖੋ। ਉੱਤਰ ਦੀ ਦਿਸ਼ਾ, ਉੱਤਰ ਦਿਸ਼ਾ ਕਿਉਂ ਮਹੱਤਵਪੂਰਨ ਹੈ? ਉੱਤਰ ਦੇ ਵਿੱਚ ਸਾਡੇ ਪਹਾੜ ਹੈ। ਪਹਾੜ ਨੂੰ ਇੱਕ ਦੇਵਤਾ ਕਿਹਾ ਜਾਂਦਾ ਹੈ। ਕੁਬੇਰ ਦੇਵਤਾ ਪਹਾੜ ਵਿੱਚ ਵਸਦੇ ਹਨ। ਜਿੰਨਾ ਵੀ ਸਾਨੂੰ ਧਨ ਦੌਲਤ ਆਉਂਦਾ ਹੈ ਉਹ ਉੱਤਰ ਦੀ ਦਿਸ਼ਾ ਤੋਂ ਆਉਂਦਾ ਹੈ। ਉੱਤਰ ਦੀ ਦਿਸ਼ਾ ਪਾਣੀ ਦੇ ਵਾਸਤੇ ਬਹੁਤ ਮਹੱਤਵਪੂਰਨ ਹੈ। ਪੂਰਬ ਦੀ ਦਿਸ਼ਾ ਔਰ ਉੱਤਰ ਦੀ ਦਿਸ਼ਾ, ਇਹ ਦੋਨਾਂ ਦਾ ਸੈਂਟਰ ਜਦੋਂ ਅਸੀਂ ਕੱਢਦੇ ਹਾਂ ਤਾਂ ਇਸ ਜਗ੍ਹਾ ਨੂੰ ਪੂਰਬ ਔਰ ਉੱਤਰ ਯਾਨੀ ਕਿ ਈਸ਼ਾਨ ਕੋਣ ਕਿਹਾ ਜਾਂਦਾ ਹੈ। ਈਸ਼ਾਨ ਕੋਣ ਦੀ ਆਪਣੀ ਮਹੱਤਤਾ ਹੈ, ਪੂਰਬ ਦੀ ਆਪਣੀ ਮਹੱਤਤਾ ਹੈ, ਉੱਤਰ ਦੀ ਦਿਸ਼ਾ ਦੀ ਆਪਣੀ ਮਹੱਤਤਾ ਹੈ। ਈਸ਼ਾਨ ਕੋਣ ਇੱਕ ਐਸਾ ਸਥਾਨ ਹੈ ਜਿਸ ਦੇ ਵਿੱਚ ਦੇਵਤਾਵਾਂ ਦਾ ਵਾਸ ਹੈ। ਸਾਨੂੰ ਆਪਣਾ ਈਸ਼ਾਨ ਕੋਣ ਪੂਰਬ ਔਰ ਉੱਤਰ ਦੇ ਮੱਧ ਦੇ ਵਿੱਚ ਜਿਹੜਾ ਸਥਾਨ ਹੈ, ਇਹਨੂੰ ਪੂਰਨ ਰੂਪ ਦੇ ਵਿੱਚ ਖੁੱਲ੍ਹਾ ਰੱਖਣਾ ਹੈ ਔਰ ਇਸ ਨੂੰ ਸਾਫ਼ ਰੱਖਣਾ ਹੈ। ਜਿਸ ਤਰ੍ਹਾਂ ਕਿ ਅਸੀਂ ਇਹਨੂੰ ਸਾਫ਼ ਰੱਖਾਂਗੇ, ਇਸੇ ਤਰ੍ਹਾਂ ਉੱਤਰ ਦੀ ਜਿਹੜੀ ਦਿਸ਼ਾ ਹੈ ਜਿੱਥੋਂ ਕਿ ਸਾਨੂੰ ਕੁਬੇਰ ਦਾ ਵਾਸ ਮਿਲਣਾ ਹੈ, ਜਿੱਥੋਂ ਕਿ ਧਨ ਸਾਡੇ ਘਰ ਦੇ ਵਿੱਚ ਐਂਟਰ ਹੋਣਾ ਹੈ, ਉਸ ਦਿਸ਼ਾ ਨੂੰ ਅਸੀਂ ਖਾਲੀ ਰੱਖਣਾ ਹੈ। ਕੋਈ ਉਸ ਜਗ੍ਹਾ ਦੇ ਉੱਤੇ ਕੰਸਟਰਕਸ਼ਨ ਨਹੀਂ ਕਰਨੀ ਔਰ ਉਸ ਜਗ੍ਹਾ ਦੇ ਉੱਤੇ ਅਸੀਂ ਪਾਣੀ ਦਾ ਸਥਾਨ ਬਣਾਉਣਾ ਹੈ। ਪਾਣੀ ਦਾ ਖੂਹ ਖੋਦਣਾ ਹੈ। ਹੈਂਡ ਪੰਪ ਲਗਾ ਸਕਦੇ ਹਾਂ ਜਾਂ ਕੋਈ ਦੂਸਰਾ ਪਾਣੀ ਜਿਹਨੂੰ ਕਿ ਅੱਜ ਕੱਲ੍ਹ ਬਹੁਤ ਸਾਰੇ ਲੋਕ ਟਿਊਬਵੈੱਲ ਕਹਿੰਦੇ ਆ ਜਾਂ ਜੈਟ ਪੰਪ ਕਹਿੰਦੇ ਆ, ਇਹ ਉੱਤਰ ਦੀ ਦਿਸ਼ਾ ਦੇ ਵਿੱਚ ਲੱਗ ਸਕਦਾ ਹੈ। ਜਿਸ ਤਰ੍ਹਾਂ ਹੀ ਉੱਤਰ ਦੀ ਦਿਸ਼ਾ ਦੇ ਵਿੱਚ ਜੈਟ ਪੰਪ ਲੱਗੇਗਾ, ਘਰ ਦੇ ਵਿੱਚ ਆਮਦਨ ਦੇ ਸਰੋਤ ਵੱਧ ਜਾਣਗੇ, ਘਰ ਦੇ ਵਿੱਚੋਂ ਬਿਮਾਰੀਆਂ ਭੱਜ ਜਾਣਗੇ। ਇਹ ਇੱਕ ਸਾਇੰਟੀਫਿਕ ਤਰੀਕਾ ਹੈ। ਜੇ ਤੁਸੀਂ ਕਿਸੇ ਵੀ ਡਾਕਟਰ ਨੂੰ ਮਿਲਦੇ ਹੋ, ਜਦੋਂ ਡਾਕਟਰ ਦੇਖਦਾ ਹੈ ਕਿ ਇੱਕ ਆਦਮੀ ਦੀ ਸਿਹਤ ਜ਼ਿਆਦਾ ਖਰਾਬ ਹੈ, ਉਹ ਉਹਨੂੰ ਸੁਜੈਸ਼ਨ ਦਿੰਦਾ ਹੈ ਕਿ ਤੁਸੀਂ ਪਹਾੜ ਦੇ ਉੱਤੇ ਚਲੇ ਜਾਓ, ਜਾ ਕੇ ਉੱਥੇ 1 ਮਹੀਨਾ 15 ਦਿਨ ਰਹਿ ਕੇ ਆਓ। ਪਹਾੜ ਦਾ ਪਾਣੀ ਹਮੇਸ਼ਾ ਹੀ ਸ਼ੁੱਧ ਗਿਣਿਆ ਗਿਆ ਹੈ। ਉਹਦੇ ਵਿੱਚ ਕਈ ਤਰ੍ਹਾਂ ਦੀਆਂ ਚੀਜ਼ਾਂ, ਕੁਦਰਤੀ ਚੀਜ਼ਾਂ ਮਿਕਸ ਹੁੰਦੀਆਂ ਹਨ, ਗੰਧਕ ਮਿਕਸ ਹੁੰਦੀ ਹੈ। ਆਦਮੀ ਉੱਥੇ ਜਾ ਕੇ ਇੱਕ ਚੰਗੀ ਆਬੋ ਹਵਾ ਵਿੱਚ ਰਹਿੰਦਾ ਹੈ ਤੇ ਠੀਕ ਹੋ ਕੇ ਵਾਪਸ ਆ ਜਾਂਦਾ ਹੈ। ਇਸ ਕਰਕੇ ਵਾਸਤੂਕਾਰ ਹਮੇਸ਼ਾ ਹੀ ਇਹ ਕਹਿੰਦੇ ਹਨ ਕਿ ਉੱਤਰ ਪਹਾੜ ਦੀ ਸਾਈਡ ਦਾ ਪਾਣੀ ਜਿਹੜਾ ਹੈ ਉਹ ਘਰ ਦੇ ਵਿੱਚ ਜ਼ਿਆਦਾ ਵਧੀਆ ਸਿਹਤਮੰਦ ਗਿਣਿਆ ਗਿਆ ਹੈ। ਔਰ ਜਿਸ ਘਰ ਦੇ ਵਿੱਚ ਇੱਕ ਨਾਰਥ ਦੇ ਵਿੱਚ, ਉੱਤਰ ਦੇ ਵਿੱਚ ਖੂਹ ਖੋਦਿਆ ਗਿਆ, ਟਿਊਬਵੈੱਲ ਲਗਾਇਆ ਗਿਆ, ਉਹਨੂੰ ਇਹ ਕਿਹਾ ਜਾਂਦਾ ਹੈ ਇਹ ਵੈਲ ਇਨ ਦੀ ਨਾਰਥ ਇਜ਼ ਏ ਵੈਲ ਆਫ ਮਨੀ। ਇਹਨੂੰ ਧਨ ਦਾ ਖੂਹ ਕਿਹਾ ਜਾਂਦਾ ਹੈ। ਨਾਰਥ ਦੇ ਵਿੱਚ ਅਸੀਂ ਲੋਕਾਂ ਨੇ ਪਾਣੀ ਦਾ ਸਥਾਨ ਜ਼ਰੂਰ ਬਣਾਉਣਾ ਹੈ। ਜੇਕਰ ਕਿਸੇ ਜਗ੍ਹਾ ਦੇ ਉੱਤੇ ਪਾਣੀ ਨਾ ਖੋਦਿਆ ਜਾ ਸਕੇ, ਪਾਣੀ ਨਾ ਕੱਢਿਆ ਜਾ ਸਕੇ, ਤਾਂ ਉਸ ਜਗ੍ਹਾ ਦੇ ਉੱਤੇ ਜਿਹੜਾ ਮਿਊਨਿਸਪਲ ਵਾਟਰ ਹੈ ਉਹ ਉੱਧਰੋਂ ਦੀ ਆਵੇ, ਜਾਂ ਨਾਰਥ ਦੇ ਵਿੱਚ ਇੱਕ ਛੋਟਾ ਜਿਹਾ ਖੱਡਾ ਖੋਦ ਕੇ ਅੰਡਰਗਰਾਊਂਡ ਉਹਦੇ ਵਿੱਚ ਕੁਦਰਤੀ ਪਾਣੀ, ਜਿਹਨੂੰ ਕਿ ਵਰਸ਼ਾ ਦਾ ਪਾਣੀ ਕਿਹਾ ਜਾਂਦਾ ਹੈ, ਭਰ ਦੇਣਾ ਚਾਹੀਦਾ ਹੈ। ਵਰਸ਼ਾ ਦਾ ਪਾਣੀ ਉੱਥੇ ਸਥਾਪਿਤ ਕਰ ਦੇਣਾ ਚਾਹੀਦਾ ਹੈ ਤਾਂ ਕਿ ਸਾਡੇ ਘਰ ਦੇ ਵਿੱਚ ਕੁਦਰਤੀ ਪਾਣੀ ਹੋਵੇ ਔਰ ਸਾਨੂੰ ਕੁਬੇਰ ਦੇਵਤਾ ਦਾ ਹਮੇਸ਼ਾ ਹੀ ਆਸ਼ੀਰਵਾਦ ਮਿਲਦਾ ਰਹੇ। ਇਸ ਤੋਂ ਉਲਟੇ ਪਾਸੇ, ਬਿਲਕੁਲ ਹੀ ਉੱਤਰ ਦੇ ਉਲਟੇ ਪਾਸੇ, ਜਿਹਨੂੰ ਕਿ ਅਸੀਂ ਪੂਰਬ ਵੱਲ ਨੂੰ ਦੇਖਦੇ ਹੋਏ ਸੱਜਾ ਹੱਥ ਕਹਿੰਦੇ ਹਾਂ, ਦਕਸ਼ਿਣ ਕਿਹਾ ਜਾਂਦਾ ਹੈ। ਦਕਸ਼ਿਣ ਦਾ ਸਥਾਨ ਇੱਕ ਐਸਾ ਸਥਾਨ ਹੈ ਜਿਸ ਵੇਲੇ ਸੂਰਜ ਇੱਥੇ ਹੁੰਦਾ ਹੈ ਤਾਂ ਉਸ ਵੇਲੇ ਪੂਰਨ ਰੂਪ ਦੇ ਵਿੱਚ ਗਰਮ ਹੁੰਦਾ ਹੈ। ਅਸੀਂ ਉਸ ਗਰਮੀ ਨੂੰ ਦੇਖਦੇ ਹੋਏ ਉਸ ਗਰਮੀ ਦਾ ਫਾਇਦਾ ਉਠਾਉਣਾ ਹੈ।
ਜੇਕਰ ਅਸੀਂ ਕਿਸੇ ਵੀ ਗਲਤੀ ਦੇ ਨਾਲ ਉਸ ਜਗ੍ਹਾ ਦੇ ਉੱਤੇ ਕੋਈ ਹੈਂਡ ਪੰਪ ਲਗਾ ਦਈਏ, ਕੋਈ ਪਾਣੀ ਦੀ ਟੈਂਕੀ ਲਗਾ ਦਈਏ ਜਾਂ ਪਾਣੀ ਦਾ ਸਥਾਨ ਬਣਾ ਦਈਏ ਤਾਂ ਉਸ ਦੇ ਨਾਲ ਕੀ ਹੋਵੇਗਾ, ਸਾਡੇ ਘਰ ਦੇ ਵਿੱਚ ਗਰਮ ਸਰਦ ਵਾਲੀ ਪੋਜੀਸ਼ਨ ਹੋ ਜਾਏਗੀ। ਜਿਸ ਤਰੀਕੇ ਦੇ ਨਾਲ ਇੱਕ ਆਦਮੀ ਦਾ ਸਰੀਰ ਗਰਮ ਸਰਦ ਹੋ ਜਾਂਦਾ ਹੈ, ਉਸੇ ਤਰ੍ਹਾਂ ਉਹ ਘਰ ਹੀ ਗਰਮ ਸਰਦ ਹੋ ਜਾਏਗਾ। ਦਕਸ਼ਿਣ ਦੀ ਦਿਸ਼ਾ ਗਰਮ ਦਿਸ਼ਾ ਹੈ, ਇਹਨੂੰ ਅਗਨ ਦਾ ਤੱਤਵ ਕਿਹਾ ਜਾਂਦਾ ਹੈ। ਪੂਰਬ ਤੋਂ ਦਕਸ਼ਿਣ ਵੱਲ ਨੂੰ ਜਦੋਂ ਵੱਧਦੇ ਹਾਂ ਤਾਂ ਅਗਨਯ ਕੋਣ ਬਣਦਾ ਹੈ। ਉਸ ਜਗ੍ਹਾ ਦੇ ਉੱਤੇ ਸਾਡੀ ਕਿਚਨ ਹੋਣੀ ਚਾਹੀਦੀ ਹੈ, ਸਾਡੇ ਘਰ ਦੀ ਅੱਗ ਹੋਣੀ ਚਾਹੀਦੀ ਹੈ, ਸਾਡੇ ਘਰ ਦਾ ਜਨਰੇਟਰ ਹੋਣਾ ਚਾਹੀਦਾ ਹੈ, ਸਾਡੇ ਘਰ ਦੇ ਬਿਜਲੀ ਦਾ ਮੀਟਰ ਹੋਣਾ ਚਾਹੀਦਾ ਹੈ। ਇਹ ਦਕਸ਼ਿਣ ਦਾ ਕੋਨਾ ਇੱਕ ਐਸੀ ਜਗ੍ਹਾ ਹੈ ਜਿਸ ਤੋਂ ਕਿ ਵਜ਼ਨਦਾਰ ਹੋਣਾ ਚਾਹੀਦਾ ਹੈ। ਜਿਸ ਵੀ ਘਰ ਦਾ ਪੂਰਬ ਹਲਕਾ ਹੈ, ਦਕਸ਼ਿਣ ਭਾਰੀ ਹੈ, ਉੱਤਰ ਹਲਕਾ ਹੈ, ਦਕਸ਼ਿਣ ਭਾਰੀ ਹੈ, ਉਹ ਘਰ ਕਦੀ ਵੀ ਕਿਸੇ ਕਮੀ ਦੇ ਵਿੱਚ ਨਹੀਂ ਆ ਸਕਦਾ। ਇਸ ਤੋਂ ਉਲਟ ਜੇਕਰ ਦਕਸ਼ਿਣ ਹਲਕਾ ਹੈ ਔਰ ਉੱਤਰ ਭਾਰੀ ਹੈ, ਦਕਸ਼ਿਣ ਹਲਕਾ ਹੈ ਔਰ ਪੂਰਬ ਭਾਰੀ ਹੈ, ਉਸ ਜਗ੍ਹਾ ਦੇ ਉੱਤੇ ਬਹੁਤ ਤਰ੍ਹਾਂ ਦੀਆਂ ਬਿਮਾਰੀਆਂ, ਧਨ ਦਾ ਨਾਸ਼, ਪੁੱਤਰ ਨਾਸ਼, ਇਹੋ ਜਿਹੀਆਂ ਚੀਜ਼ਾਂ ਸਾਡੇ ਸਾਹਮਣੇ ਆਉਂਦੀਆਂ ਹਨ। ਮੁਕੱਦਮਿਆਂ ਦੇ ਵਿੱਚੋਂ ਹਾਰ ਹੁੰਦੀ ਹੈ। ਇਸ ਕਰਕੇ ਸਾਨੂੰ ਆਪਣੇ ਘਰ ਦਾ ਜਿਹੜਾ ਦਕਸ਼ਿਣ ਹੈ ਉਸਨੂੰ ਗਰਮ ਰੱਖਣ ਦੇ ਨਾਲ ਨਾਲ ਵਜ਼ਨਦਾਰ ਬਣਾਉਣਾ ਹੈ। ਦਕਸ਼ਿਣ ਦਾ ਸਥਾਨ ਜਿਹਨੂੰ ਕਿ ਅਸੀਂ ਅਗੰਨੇ ਕੋਣ ਕਹਿੰਦੇ ਹਾਂ, ਪੂਰਬ ਔਰ ਦਕਸ਼ਿਣ ਦੇ ਵਿੱਚ ਜਦੋਂ ਜਾਂਦੇ ਹਾਂ ਉਹ ਜਗ੍ਹਾ ਇੱਕ ਰਸੋਈ ਦੇ ਵਾਸਤੇ ਅਤੀ ਉੱਤਮ ਗਿਣੀ ਗਈ ਹੈ। ਇਸੇ ਤਰ੍ਹਾਂ ਜਦੋਂ ਅਸੀਂ ਤੀਸਰੀ ਦਿਸ਼ਾ ਦੇ ਵਿੱਚ ਜਾਂਦੇ ਹਾਂ ਜਿਹਨੂੰ ਕਿ ਅਸੀਂ ਪੱਛਚਿਮ ਕਹਿੰਦੇ ਹਾਂ, ਜਿਹਨੂੰ ਕਿ ਅਸੀਂ ਵਾਕਵਯ ਕੋਣ ਵੀ ਕਹਿ ਜਾਂਦੇ ਹਾਂ, ਜਦੋਂ ਅਸੀਂ ਉੱਤਰ ਤੋਂ ਪੱਛਚਿਮ ਵੱਲ ਨੂੰ ਵੱਧਦੇ ਹਾਂ ਤਾਂ ਉਹ ਵਾਕਵਯ ਕੋਣ ਬਣਦਾ ਹੈ। ਉੱਤਰ ਤੋਂ ਪੱਛਚਿਮ ਵਾਲਾ ਏਰੀਆ ਹਵਾ ਦਾ ਸਥਾਨ ਹੈ। ਇੱਧਰਲੇ ਪਾਸੇ ਖਿੜਕੀਆਂ, ਦਰਵਾਜ਼ੇ ਹੋਣੇ ਬਹੁਤ ਜ਼ਿਆਦਾ ਜ਼ਰੂਰੀ ਹਨ। ਇਹ ਸਾਨੂੰ ਸਰੀਰ ਨੂੰ ਤੰਦਰੁਸਤ ਰੱਖਣ ਵਾਸਤੇ ਉਸ ਹਵਾ ਨੂੰ ਜਦੋਂ ਅਸੀਂ ਲੈਂਦੇ ਹਾਂ, ਹਵਾ ਹਮੇਸ਼ਾ ਪੱਛਚਿਮ ਤੋਂ ਹੀ ਆਉਂਦੀ ਹੈ, ਕਦੀ ਵੀ ਹਵਾ ਦੱਖਣ ਜਾਂ ਉੱਤਰ ਤੋਂ ਨਹੀਂ ਆਉਂਦੀ। ਇਹ ਜਿਹੜੀ ਪਰਿਭਾਸ਼ਾ ਹੈ ਇਹ ਕੁਦਰਤ ਦੀ ਬਣਾਈ ਹੋਈ ਹੈ। ਜਦੋਂ ਉਸ ਹਵਾ ਨੂੰ ਅਸੀਂ ਲੈਂਦੇ ਹਾਂ ਤਾਂ ਸਾਡੀ ਸਿਹਤ ਠੀਕ ਰਹਿੰਦੀ ਹੈ, ਸਾਡੇ ਘਰ ਦੇ ਵਿੱਚ ਆਉਣ ਵਾਲੇ ਮਹਿਮਾਨ ਜਾਂ ਆਉਣ ਵਾਲੇ ਲੋਕ ਸਾਡੀ ਇੱਜ਼ਤ ਕਰਦੇ ਹਨ। ਇਸੇ ਤਰ੍ਹਾਂ ਜਦੋਂ ਅਸੀਂ ਟੋਟਲ ਪੱਛਚਿਮ ਦੇ ਵਿੱਚ ਪਹੁੰਚਦੇ ਹਾਂ, ਪੱਛਚਿਮ ਦਾ ਜਿਹੜਾ ਸਥਾਨ ਹੈ ਉਹ ਵੀ ਇਹ ਕਿਹਾ ਜਾਂਦਾ ਹੈ ਕਿ ਸਾਡੇ ਉੱਤਰ ਦੇ ਨਾਲੋਂ ਜ਼ਿਆਦਾ ਭਾਰੀ ਹੋਣਾ ਚਾਹੀਦਾ ਹੈ। ਪੂਰਬ ਤੋਂ ਭਾਰੀ ਪੱਛਚਿਮ, ਉੱਤਰ ਤੋਂ ਭਾਰੀ ਦਕਸ਼ਣ, ਇਹ ਵਾਸਤੂ ਦੀ ਇੱਕ ਮੇਨ ਪਰਿਭਾਸ਼ਾ ਹੈ। ਜਿਸ ਵੀ ਘਰ ਦਾ ਪੂਰਬ ਔਰ ਉੱਤਰ ਹਲਕਾ ਹੋਏਗਾ, ਦਕਸ਼ਿਣ ਔਰ ਪੱਛਚਿਮ ਭਾਰੀ ਹੋਏਗਾ, ਉਹ ਘਰ ਹਮੇਸ਼ਾ ਸਮਰਿੱਧੀ ਦੀ ਤਰਫ ਵੱਧਦਾ ਜਾਏਗਾ। ਇਹ ਵਾਸਤੂ ਦੀਆਂ ਚਾਰਾਂ ਦਿਸ਼ਾਵਾਂ ਦਾ ਮੇਨ ਰੋਲ ਹੈ। ਜੇਕਰ ਇਹਨਾਂ ਦਿਸ਼ਾਵਾਂ ਨੂੰ ਅਸੀਂ ਭੁੱਲਦੇ ਹਾਂ ਤਾਂ ਸਾਨੂੰ ਕਈ ਤਰ੍ਹਾਂ ਦੇ ਕਲਹਿ ਕਲੇਸ਼ ਦਾ ਸਾਹਮਣਾ ਕਰਨਾ ਪੈਂਦਾ ਹੈ। ਜੇਕਰ ਅਸੀਂ ਰਸੋਈ ਉੱਤਰ ਦੇ ਵਿੱਚ ਜਾਂ ਪੂਰਬ ਦੇ ਵਿੱਚ ਬਣਾਉਂਦੇ ਹਾਂ ਤਾਂ ਸਾਡੇ ਘਰ ਦੇ ਵਿੱਚ ਕਲਹਿ ਕਲੇਸ਼ ਖਤਮ ਨਹੀਂ ਹੁੰਦਾ, ਮੀਆਂ ਬੀਬੀ ਦੀ ਆਪਸ 'ਚ ਬਣਨਾ ਬੰਦ ਹੋ ਜਾਂਦੀ ਹੈ। ਸਭ ਤੋਂ ਪਹਿਲੇ ਅਸੀਂ ਪੂਰਬ ਦਿਸ਼ਾ ਨੂੰ ਬੋਲਿਆ। ਪੂਰਬ ਤੋਂ ਜਦੋਂ ਅਸੀਂ ਉੱਤਰ ਵੱਲ ਨੂੰ ਵਧੇ ਤਾਂ ਜਿਸ ਨੂੰ ਅਸੀਂ ਇਸ਼ਾਨ ਕੋਣ ਕਿਹਾ, ਇਸ਼ਾਨ ਕੋਣ ਦੇ ਉੱਤੇ ਅੱਜ ਆਪਾਂ ਦੁਬਾਰਾ ਚੱਲਦੇ ਹਾਂ। ਇਸ਼ਾਨ ਕੋਣ ਦੇਵਤਾਵਾਂ ਦਾ ਵਾਸ ਹੈ। ਇਸ਼ਾਨ ਕੋਣ ਦੇ ਵਿੱਚ ਸਾਡਾ ਮੰਦਰ ਹੋ ਸਕਦਾ ਹੈ। ਇਸ਼ਾਨ ਕੋਣ ਦੇ ਵਿੱਚ ਸਫਾਈ ਰਹਿਣੀ ਚਾਹੀਦੀ ਹੈ, ਕਿਸੇ ਤਰ੍ਹਾਂ ਦੀ ਗੰਦਗੀ ਕਦੀ ਵੀ ਇਸ਼ਾਨ ਕੋਣ ਦੇ ਵਿੱਚ ਕਿਚਨ ਨਾ ਬਣਾਓ, ਕਦੀ ਵੀ ਇਸ਼ਾਨ ਕੋਣ ਦੇ ਵਿੱਚ ਕੋਈ ਝਾੜੂ ਨਾ ਰੱਖੋ, ਕਦੀ ਵੀ ਇਸ਼ਾਨ ਕੋਣ ਦੇ ਵਿੱਚ ਕੋਈ ਵੀ ਐਸੀ ਚੀਜ਼ ਨਾ ਰੱਖੋ ਜਿਸ ਦੇ ਨਾਲ ਕਿ ਸਾਨੂੰ ਇਹ ਆਭਾਸ ਹੋਵੇ ਕਿ ਇਸ ਜਗ੍ਹਾ ਦੇ ਉੱਤੇ ਗੰਦਗੀ ਪਈ ਹੈ। ਇਸੇ ਤਰ੍ਹਾਂ ਜਦੋਂ ਅਸੀਂ ਦਕਸ਼ਿਣ ਦੇ ਵਿੱਚ ਜਾਂਦੇ ਹਾਂ ਤੇ ਦਕਸ਼ਿਣ ਪੂਰਬ ਔਰ ਦਕਸ਼ਿਣ ਦੇ ਵਿੱਚ ਜਾਂਦੇ ਹਾਂ, ਅਗੰਨੇ ਕੋਣ ਜਿਹਨੂੰ ਕਹਿੰਦੇ ਹਾਂ, ਉੱਥੇ ਜੇਕਰ ਘਰ ਦੀ ਕਿਚਨ ਬਣੀ ਹੋਈ ਹੈ ਤਾਂ ਇਹ ਅਤੀ ਉੱਤਮ ਹੈ। ਇਸ ਤੋਂ ਬਾਅਦ ਅਸੀਂ ਦੁਬਾਰਾ ਚੱਲਦੇ ਹਾਂ। ਇਸ ਘਰ ਦਾ ਵੇਟ ਦੇ ਬਾਰੇ ਅਸੀਂ ਪਹਿਲੇ ਬੋਲਿਆ ਕਿ ਇਸ ਘਰ ਦੇ ਜਿਹੜੇ ਜ਼ਿਆਦਾ ਕੰਸਟਰਕਸ਼ਨ ਹੈ ਉਹ ਦਕਸ਼ਿਣ ਔਰ ਪੱਛਚਿਮ ਦੇ ਵਿੱਚ ਹੋਣੀ ਚਾਹੀਦੀ ਹੈ। ਜਿਹੜੀ ਘੱਟ ਕੰਸਟਰਕਸ਼ਨ ਹੈ ਉਹ ਪੂਰਬ ਔਰ ਉੱਤਰ ਵੱਲ ਹੋਣੀ ਚਾਹੀਦੀ ਹੈ। ਇਸੇ ਤਰ੍ਹਾਂ ਪਾਣੀ ਦਾ ਬਹਾਵ ਵਾਸਤੂ ਦੇ ਵਿੱਚ ਬਹੁਤ ਵੱਡਾ ਮਾਇਨਾ ਰੱਖਦਾ ਹੈ। ਪਲਾਟ ਦੀ ਦਿਸ਼ਾ ਕਿਸੇ ਵੀ ਪਾਸੇ ਹੋਵੇ, ਪਲਾਟ ਦਾ ਮੂੰਹ ਕਿਸੇ ਵੀ ਪਾਸੇ ਹੋਵੇ, ਪਰ ਘਰ ਦਾ ਜਿਹੜਾ ਪਾਣੀ ਦਾ ਬਹਾਵ ਹੈ, ਜਿਹੜਾ ਘਰ ਦਾ ਲੈਵਲ ਹੈ, ਉਹ ਪਾਣੀ ਇੱਕ ਵਾਰੀ ਜ਼ਰੂਰ ਹੀ ਪੂਰਬ ਵਾਲੇ ਪਾਸੇ ਨੂੰ ਜਾਣਾ ਚਾਹੀਦਾ ਹੈ। ਜਿਸ ਘਰ ਦਾ ਪਾਣੀ ਇਸ਼ਾਨ ਕੋਣ ਵੱਲ ਨੂੰ ਜਾਂਦਾ ਹੈ, ਚਾਹੇ ਉਹ ਪਰਨਾਲੇ ਦਾ ਪਾਣੀ ਹੈ, ਚਾਹੇ ਘਰ ਦੇ ਅੰਦਰ ਦਾ ਪਾਣੀ ਹੈ, ਚਾਹੇ ਉਹ ਸੀਵਰੇਜ ਵੀ ਕਿਉਂ ਨਾ ਹੋਵੇ, ਇਹ ਸਾਰਾ ਪੂਰਬ ਵੱਲ ਨੂੰ ਜਾ ਕੇ ਫਿਰ ਹੀ ਵਾਪਸ ਜਾਵੇ ਜਾਂ ਬਾਹਰ ਨਿਕਲ ਜਾਵੇ। ਇਹ ਇੱਕ ਪਾਣੀ ਦੇ ਬਹਾਵ ਦੀ ਜਿਹੜੀ ਮੇਨ ਵਾਸਤੂ ਦਾ ਕੰਮ ਹੈ ਕਿ ਪਾਣੀ ਦਾ ਜਿਹੜਾ ਕੰਮ ਹੈ ਉਹ ਸਿੱਧਾ ਸੂਰਜ ਵਾਲੇ ਪਾਸੇ ਨੂੰ ਜਾਵੇ, ਪੂਰਬ ਦਿਸ਼ਾ ਵੱਲ ਨੂੰ ਹੀ ਜਾਵੇ, ਤਾਂ ਹੀ ਇੱਕ ਘਰ ਸੁੱਖ ਔਰ ਸਮਰਿੱਧੀ ਦਾ ਕੰਮ ਲੈ ਸਕਦਾ ਹੈ। ਬੈਲੈਂਸ ਆਫ ਲੈਂਡ ਦੇ ਨਾਲ ਨਾਲ ਅਸੀਂ ਇੱਕ ਘਰ ਦਾ ਬ੍ਰਹਮ ਸਥਾਨ ਵੀ ਵਾਸਤੂ ਦੇ ਵਿੱਚ ਲੈਂਦੇ ਹਾਂ। ਬ੍ਰਹਮ ਸਥਾਨ ਕਿਸ ਨੂੰ ਕਿਹਾ ਜਾਂਦਾ ਹੈ? ਬ੍ਰਹਮ ਸਥਾਨ ਇੱਕ ਐਸੀ ਜਗ੍ਹਾ ਹੈ ਜੋ ਕਿ ਇੱਕ ਪਲਾਟ ਦਾ ਕੇਂਦਰ ਹੈ। ਕਿਸੇ ਵੀ ਪਲਾਟ ਦਾ ਕੇਂਦਰ ਕੱਢਣਾ ਬੜਾ ਆਸਾਨ ਹੈ। ਪੂਰਬ ਤੋਂ ਪੱਛਚਿਮ ਤੱਕ
ਔਰ ਉੱਤਰ ਤੋਂ ਦਕਸ਼ਣ ਤੱਕ, ਜਿੱਦਾਂ ਕਿ ਪਹਿਲੇ ਤੁਹਾਨੂੰ ਸਮਝਾਇਆ ਗਿਆ ਦਿਸ਼ਾਵਾਂ ਦਾ ਗਿਆਨ, ਜੇਕਰ ਇੱਕ ਕਾਂਟਾ ਮਾਰ ਦਿੱਤਾ ਜਾਵੇ ਤਾਂ ਸੈਂਟਰ ਦਾ ਜਿਹੜਾ ਪੁਆਇੰਟ ਹੈ ਉਹ ਨਿਕਲ ਆਉਂਦਾ ਹੈ, ਜਿਸ ਨੂੰ ਕਿ ਬ੍ਰਹਮ ਸਥਾਨ ਕਿਹਾ ਜਾਂਦਾ ਹੈ। ਬੇਸਿਕਲੀ ਵਾਸਤੂ ਤਾਂ ਇਹ ਕਹਿੰਦਾ ਹੈ ਕਿ ਬ੍ਰਹਮ ਸਥਾਨ ਬਿਲਕੁਲ ਖਾਲੀ ਹੋਣਾ ਚਾਹੀਦਾ ਹੈ। ਬ੍ਰਹਮ ਸਥਾਨ ਦੇ ਵਿੱਚ ਘਰ ਦਾ ਆਂਗਨ ਹੋਣਾ ਚਾਹੀਦਾ ਹੈ, ਵਿਹੜਾ ਹੋਣਾ ਚਾਹੀਦਾ ਹੈ। ਪਰ ਅੱਜ ਪਲਾਟ ਛੋਟੇ ਹਨ, ਸੈਂਟਰ ਦੇ ਵਿੱਚ ਵਿਹੜਾ ਰੱਖਣ ਦਾ ਰਿਵਾਜ਼ ਨਹੀਂ ਹੈ। ਉਸ ਦੇ ਮੁਤਾਬਕ ਵਾਸਤੂ ਇਹ ਕਹਿੰਦਾ ਹੈ ਕਿ ਜਿਹੜਾ ਸੈਂਟਰ ਪੁਆਇੰਟ ਹੈ, ਸੈਂਟਰ ਪੁਆਇੰਟ ਦੇ ਵਿੱਚ ਕਦੀ ਵੀ ਅਸੀਂ ਕੋਈ ਦੀਵਾਰ ਨਾ ਖੜੀ ਕਰੀਏ, ਕੋਈ ਪਿੱਲਰ ਨਾ ਖੜਾ ਕਰੀਏ। ਸੈਂਟਰ ਦਾ ਪੁਆਇੰਟ ਅਸੀਂ ਛੱਡ ਦਈਏ। ਉਸੇ ਜਗ੍ਹਾ ਤੇ ਕਮਰਾ ਚਾਹੇ ਬਣ ਜਾਵੇ, ਪਰ ਉਹਦਾ ਫਰਸ਼ ਸੈਂਟਰ 'ਚੋਂ ਉੱਚਾ ਹੋਵੇ। ਬ੍ਰਹਮ ਸਥਾਨ, ਜਿਹਨੂੰ ਕਿ ਅਸੀਂ ਸੈਂਟਰ ਕੇਂਦਰ ਪੁਆਇੰਟ ਕਹਿੰਦੇ ਹਾਂ, ਉਸ ਬ੍ਰਹਮ ਸਥਾਨ ਨੂੰ ਅਸੀਂ ਕਦੀ ਵੀ ਨੀਵਾਂ ਨਾ ਰੱਖੀਏ। ਜੇਕਰ ਬ੍ਰਹਮ ਸਥਾਨ ਇੱਕ ਘਰ ਦਾ ਨੀਵਾਂ ਹੋਏਗਾ ਤੇ ਘਰ ਦੇ ਵਿੱਚ ਲੜਾਈ ਝਗੜੇ ਸ਼ੁਰੂ ਹੋ ਜਾਣਗੇ। ਇਹ ਉਸੇ ਤਰ੍ਹਾਂ ਦੇ ਲੜਾਈ ਝਗੜੇ ਹੋਣਗੇ ਜਿਸ ਤਰ੍ਹਾਂ ਕਿ ਮਹਾਭਾਰਤ ਦੇ ਵਿੱਚ ਜਿਸ ਵੇਲੇ ਦ੍ਰੋਪਦੀ ਦੇ ਨਾਲ ਚੀਰਹਰਣ ਹੋਇਆ, ਉਸ ਵਕਤ ਕੀ ਸੀ ਕਿ ਉਹਨਾਂ ਦੇ ਸੈਂਟਰ ਦੇ ਵਿੱਚ ਇੱਕ ਤਲਾਬ ਸੀ। ਉਸ ਮਹਿਲ ਦੇ ਸੈਂਟਰ ਦੇ ਵਿੱਚ ਇੱਕ ਤਲਾਬ ਸੀ ਜਿਸ ਦੇ ਵਿੱਚ ਪਾਣੀ ਭਰਿਆ ਹੋਇਆ ਸੀ। ਇਸ ਕਰਕੇ ਵਾਸਤੂਕਾਰ ਇਹ ਕਹਿੰਦੇ ਹਨ ਕਿ ਕਦੀ ਵੀ ਘਰ ਦਾ ਬ੍ਰਹਮ ਸਥਾਨ, ਜਿਹਨੂੰ ਕਿ ਅਸੀਂ ਕੇਂਦਰ ਸਥਾਨ ਕਹਿੰਦੇ ਹਾਂ, ਉਹ ਨੀਵਾਂ ਨਹੀਂ ਹੋਣਾ ਚਾਹੀਦਾ, ਉਹਦੇ ਵਿੱਚ ਪਾਣੀ ਨਹੀਂ ਹੋਣਾ ਚਾਹੀਦਾ। ਉਹਨੂੰ ਚਾਹੇ 1 ਇੰਚ ਹੀ ਉੱਚਾ ਰੱਖ ਲਿਆ ਜਾਵੇ, ਉਸ ਕਮਰੇ ਨੂੰ, ਉਸ ਨੂੰ ਸਾਨੂੰ ਉੱਚਾ ਰੱਖਣਾ ਚਾਹੀਦਾ ਹੈ। ਇਹ ਬ੍ਰਹਮ ਸਥਾਨ ਦੀ ਪਰਿਭਾਸ਼ਾ ਹੈ। ਇਸੇ ਤਰ੍ਹਾਂ ਮੁੱਖ ਦੁਆਰ ਸਿੰਘ ਦੀਵਾਰ ਨੂੰ ਕਿਹਾ ਜਾਂਦਾ ਹੈ, ਜਿਸ ਦੇ ਵਿੱਚ ਅਸੀਂ ਸਭ ਤੋਂ ਪਹਿਲੇ ਇੱਕ ਘਰ ਦੇ ਵਿੱਚ ਐਂਟਰ ਹੋਣਾ ਹੈ। ਮੁੱਖ ਦੁਆਰ ਦੀ ਪਰਿਭਾਸ਼ਾ ਕਈ ਤਰ੍ਹਾਂ ਦੇ ਨਾਲ ਲੱਤੀ ਜਾ ਸਕਦੀ ਹੈ। ਸਭ ਤੋਂ ਪਹਿਲੇ ਤਾਂ ਅਸੀਂ ਇਹ ਦੇਖਣਾ ਹੈ ਕਿ ਇੱਕ ਘਰ ਦਾ ਜਿਹੜਾ ਪਲਾਟ ਹੈ, ਉਹ ਪਲਾਟ ਦੇ ਸਾਹਮਣੇ ਜਿਹੜੀ ਸੜਕ ਜਾ ਰਹੀ ਹੈ ਉਹ ਕਿਸ ਦਿਸ਼ਾ ਵੱਲ ਹੈ। ਕੋਸ਼ਿਸ਼ ਤਾਂ ਇਹੀ ਹੋਣੀ ਚਾਹੀਦੀ ਹੈ ਕਿ ਸਭ ਤੋਂ ਪਹਿਲੇ ਸਾਨੂੰ ਪੂਰਬ ਵਾਲੇ ਪਾਸੇ ਗੇਟ ਰੱਖਣਾ ਚਾਹੀਦਾ ਹੈ। ਦੂਸਰਾ ਸਥਾਨ, ਜੇਕਰ ਪੂਰਬ ਦਾ ਸਾਈਡ ਨਹੀਂ ਹੈ ਤਾਂ ਪੱਛਮ ਵਾਲੇ ਪਾਸੇ ਜਾਣਾ ਚਾਹੀਦਾ ਹੈ। ਤੀਸਰਾ ਸਥਾਨ, ਜੇਕਰ ਪੱਛਮ ਵਾਲੇ ਪਾਸੇ ਨਹੀਂ ਹੈ ਤਾਂ ਉੱਤਰ ਵਾਲੇ ਪਾਸੇ ਜਾਣਾ ਚਾਹੀਦਾ ਹੈ। ਪਰ ਚੌਥਾ ਸਥਾਨ ਦਕਸ਼ਿਣ ਹੀ ਹੈ। ਇਸ ਤੋਂ ਇਲਾਵਾ ਕੋਈ ਚਾਰਾ ਨਹੀਂ ਰਹਿ ਜਾਂਦਾ। ਦਕਸ਼ਿਣ ਦਾ ਦਵਾਰ ਹਮੇਸ਼ਾ ਹੀ ਭੈੜਾ ਦਵਾਰ ਗਿਣਿਆ ਗਿਆ ਹੈ। ਜੇਕਰ ਅਸੀਂ ਪ੍ਰਾਚੀਨ ਜੋਤਿਸ਼ ਨੂੰ ਲੈਂਦੇ ਹਾਂ ਜਾਂ ਲਾਲ ਕਿਤਾਬ ਦੇ ਜੋਤਿਸ਼ ਨੂੰ ਲੈਂਦੇ ਹਾਂ ਤਾਂ ਦਕਸ਼ਿਣ ਦੇ ਗੇਟ ਨੂੰ ਇੱਕ ਰੰਡਵੇ ਦੇ ਰਹਿਣ ਦੀ ਜਗ੍ਹਾ ਕਿਹਾ ਗਿਆ ਹੈ। ਇਹ ਕਿਹਾ ਜਾਂਦਾ ਹੈ ਕਿ ਜਿਸ ਵੀ ਘਰ ਦਾ ਦਵਾਰ ਦਕਸ਼ਿਣ ਦੇ ਵਿੱਚ ਹੋਏਗਾ, ਉਸ ਘਰ ਦੇ ਵਿੱਚ ਮੌਤ, ਯਮ ਜਲਦੀ ਆਉਣਗੇ। ਮੀਆਂ ਜਾਂ ਬੀਬੀ ਦੇ ਵਿੱਚੋਂ ਇੱਕ ਰਹੇਗਾ। ਪਰ ਜੇਕਰ ਤੁਹਾਡਾ ਪਲਾਟ ਹੀ ਦਕਸ਼ਿਣ ਮੁਖੀ ਹੈ ਤਾਂ ਉਸ ਨੂੰ ਸ਼ੋਧਿਆ ਜਾ ਸਕਦਾ ਹੈ। ਸਭ ਤੋਂ ਪਹਿਲੇ ਅਸੀਂ ਬੋਲਿਆ ਕਿ ਪੂਰਬ ਦਾ ਦਵਾਰ ਬਹੁਤ ਵਧੀਆ ਹੈ, ਉੱਤਰ ਦਾ ਦਵਾਰ ਬਹੁਤ ਵਧੀਆ ਹੈ, ਪੱਛਮ ਦਾ ਦਵਾਰ ਬਹੁਤ ਵਧੀਆ ਹੈ। ਪਰ ਜੇਕਰ ਦਵਾਰ ਆਂਦਾ ਹੀ ਦਕਸ਼ਿਣ ਦੇ ਵਿੱਚ ਹੈ ਤਾਂ ਕੋਸ਼ਿਸ਼ ਕੀਤੀ ਜਾ ਸਕਦੀ ਹੈ ਕਿ ਉਹਨੂੰ ਦਕਸ਼ਿਣ ਪੂਰਬ 'ਚ ਲਿਆਂਦਾ ਜਾਵੇ ਜਾਂ ਦੱਖਣ ਪੱਛਮ ਦੇ ਵਿੱਚ ਲਿਆਂਦਾ ਜਾਵੇ। ਜਦੋਂ ਇਹ ਪਲਾਟ ਦੇ ਵਿੱਚ ਇਹੋ ਜਿਹਾ ਕੋਈ ਕੋਣ ਬਣੇ, ਉਧਰਲੇ ਪਾਸੇ ਜਦੋਂ ਅਸੀਂ ਦਰਵਾਜ਼ੇ ਨੂੰ ਲੈ ਕੇ ਜਾਵਾਂਗੇ ਤਾਂ ਉਹਦੇ ਭੈੜੇ ਅਸਰ ਘਟ ਜਾਣਗੇ। ਇਸ ਦੇ ਨਾਲ ਨਾਲ ਅਸੀਂ ਜਦੋਂ ਵੀ ਉਸ ਘਰ ਦੇ ਵਿੱਚ ਐਂਟਰ ਹੋਣਾ ਹੈ ਤਾਂ ਉਹਦੇ ਵਿੱਚ ਐਂਟਰ ਹੋਣ ਵੇਲੇ ਜਿਹੜਾ ਵੀ ਬੰਦਾ ਸਾਡੇ ਘਰ 'ਚ ਐਂਟਰ ਹੋਵੇ ਤਾਂ ਗੇਟ ਦੇ ਅੰਦਰ ਜ਼ਮੀਨ ਦੇ ਵਿੱਚ ਇੱਕ ਚਾਂਦੀ ਦੀ ਤਾਰ ਦਬਾਈ ਜਾ ਸਕਦੀ ਹੈ, ਤਾਂ ਕਿ ਜਿਹੜਾ ਵੀ ਅੰਦਰ ਆਵੇ ਉਹ ਚਾਂਦੀ ਦੀ ਤਾਰ ਨੂੰ ਟੱਪ ਕੇ ਆਵੇ। ਇਹ ਮੁੱਖ ਦੁਆਰ ਦੇ ਮੇਨ ਜਿਹੜੇ ਕਾਰਨ ਹਨ, ਉਹਦੇ ਵਿੱਚ ਪੂਰਬ, ਪੱਛਮ, ਉੱਤਰ ਨੂੰ ਕਦੀ ਵੀ ਗਲਤ ਨਹੀਂ ਸਮਝਿਆ ਜਾਂਦਾ। ਪਰ ਜੇਕਰ ਦਕਸ਼ਿਣ ਦਾ ਦੁਆਰ ਹੈ ਤਾਂ ਚਾਂਦੀ ਦੀ ਤਾਰ ਜ਼ਮੀਨ ਦੇ ਵਿੱਚ ਫਰਸ਼ ਦੇ ਹੇਠਾਂ ਦੱਬ ਕੇ ਉਸ ਦਾ ਫਾਇਦਾ ਉਠਾਇਆ ਜਾ ਸਕਦਾ ਹੈ। ਉਸ ਦੇ ਬਾਅਦ ਆ ਗਿਆ ਪਾਣੀ। ਪਾਣੀ ਨੂੰ ਅਸੀਂ ਪਹਿਲੇ ਦੱਸ ਚੁੱਕੇ ਹਾਂ ਕਿ ਪਾਣੀ ਉੱਤਰ ਦੀ ਦਿਸ਼ਾ ਦੇ ਵਿੱਚ ਹੋਣਾ ਚਾਹੀਦਾ ਹੈ। ਪਰ ਇਹ ਉਹ ਪਾਣੀ ਹੈ ਜਿਹੜਾ ਜ਼ਮੀਨ ਦੇ ਸਰੋਤਰ ਦਾ ਪਾਣੀ ਹੈ, ਜਿਹੜਾ ਕਿ ਪਾਣੀ ਅਸੀਂ ਪੀਣਾ ਹੈ, ਜਿਹੜਾ ਪਾਣੀ ਅਸੀਂ ਵਰਤਣਾ ਹੈ। ਇਸੇ ਤਰ੍ਹਾਂ ਦੂਸਰਾ ਪਾਣੀ ਉਹ ਹੈ ਜਿਹੜਾ ਕਿ ਵਰਸ਼ਾ ਦੇ ਨਾਲ ਸਾਡੇ ਘਰ ਦੇ ਵਿੱਚ ਪ੍ਰਵੇਸ਼ ਕਰੇਗਾ, ਜਿਸ ਨੇ ਕਿ ਸਾਡੇ ਘਰ ਤੋਂ ਬਾਹਰ ਨਿਕਲਣਾ ਹੈ। ਉਸ ਦਾ ਬਹਾਵ ਪੂਰਬ ਵਾਲੀ ਸਾਈਡ ਦੇ ਉੱਤੇ ਚਾਹੀਦਾ ਹੈ। ਇਹ ਪਾਣੀ ਦੀਆਂ ਦੋਨੋਂ ਪਰਿਭਾਸ਼ਾਵਾਂ ਹਨ। ਪਰ ਚਾਹੇ ਗੰਦਾ ਪਾਣੀ ਹੈ, ਚਾਹੇ ਚੰਗਾ ਪਾਣੀ ਹੈ, ਚਾਹੇ ਸਾਡੀ ਸੜਕ ਦਕਸ਼ਿਣ ਵਾਲੇ ਪਾਸੇ ਹੈ, ਇੱਕ ਵਾਰੀ ਤਾਂ ਘਰ ਦਾ ਜਿਹੜਾ ਕੁਦਰਤੀ ਪਾਣੀ ਹੈ ਉਸ ਦਾ ਬਹਾਵ ਸਾਨੂੰ ਪੂਰਬ ਵਾਲੇ ਪਾਸੇ ਜ਼ਰੂਰ ਲੈ ਕੇ ਜਾਣਾ ਚਾਹੀਦਾ ਹੈ। ਉੱਥੋਂ ਅੰਡਰਗਰਾਊਂਡ ਪਾਈਪ ਪਾ ਕੇ ਉਹਨੂੰ ਬਾਹਰ ਕੱਢ ਦੇਣਾ ਚਾਹੀਦਾ ਹੈ, ਜਿਹੜਾ ਕਿ ਕਿਸੇ ਵੀ ਦਿਸ਼ਾ ਦੇ ਵਿੱਚ ਨਿਕਲ ਸਕਦਾ ਹੈ। ਇਹ ਪਾਣੀ ਦੀ ਪਰਿਭਾਸ਼ਾ ਦਿੰਦੇ ਹੋਏ ਇਸ ਦੇ ਬਾਅਦ ਅਸੀਂ ਅੱਗ ਦੀ ਪਰਿਭਾਸ਼ਾ ਲੈਂਦੇ ਹਾਂ। ਅੱਗ ਸੂਰਜ ਦੀ ਤਪਸ਼ ਦੇ ਨਾਲ ਤਾਲੁਕ ਰੱਖਦੀ ਹੈ। ਇਸੇ ਕਰਕੇ ਵਾਸਤੂ ਇਹ ਕਹਿੰਦੀ ਹੈ ਕਿ ਜਦੋਂ ਅਸੀਂ ਪੂਰਬ ਤੋਂ ਦਕਸ਼ਿਣ ਵੱਲ ਨੂੰ ਚੱਲਦੇ ਹਾਂ ਤਾਂ ਜਿਹੜਾ ਅਗਨਯ ਕੋਣ ਬਣਦਾ ਹੈ,
ਜਾਂ ਜਿਹੜਾ ਦਕਸ਼ਿਣ ਬਣਦਾ ਹੈ ਉਸ ਏਰੀਏ ਦੇ ਵਿੱਚ ਸਾਡੀ ਰਸੋਈ ਹੋ ਸਕਦੀ ਹੈ। ਰਸੋਈ ਦੇ ਵਿੱਚ ਅੱਗ ਹੈ ਜਿਸ ਨੂੰ ਕਿ ਅਸੀਂ ਪ੍ਰਯੋਗ ਕਰਦੇ ਹਾਂ, ਖਾਣਾ ਬਣਾਉਂਦੇ ਹਾਂ ਔਰ ਉਸ ਭੋਜਨ ਨੂੰ ਅਸੀਂ ਪ੍ਰਯੋਗ ਦੇ ਵਿੱਚ ਲਿਆਉਂਦੇ ਹਾਂ। ਜਿਸ ਘਰ ਦੀ ਰਸੋਈ ਅਗੰਨੇ ਕੋਣ ਦੇ ਵਿੱਚ ਹੈ ਉੱਥੇ ਦਾ ਭੋਜਨ ਵਧੀਆ ਰਹੇਗਾ। ਉਸ ਰਸੋਈ ਦੇ ਵਿੱਚ ਕੀੜੇ ਮਕੌੜੇ ਨਹੀਂ ਆਉਣਗੇ, ਕੋਈ ਬੇਤੁਕੀ ਚੀਜ਼ਾਂ ਜਿਹਨੂੰ ਕਿ ਅਸੀਂ ਕਹਿੰਦੇ ਹਾਂ ਸਾਡੀ ਬਿਮਾਰੀ ਨਹੀਂ ਆਏਗੀ ਉਸ ਭੋਜਨ ਦੇ ਕਾਰਨ। ਇਹ ਸਾਡਾ ਅੱਗ ਦਾ ਸਥਾਨ ਸਾਨੂੰ ਬੈਨੀਫਿਟ ਦਿੰਦਾ ਹੈ। ਇਸੇ ਤਰ੍ਹਾਂ ਅੱਗ ਤੋਂ ਬਾਅਦ ਅਸੀਂ ਚੱਲਦੇ ਹਾਂ ਸੌਣ ਦੇ ਸਥਾਨ ਦੇ ਉੱਤੇ ਕਿ ਸਾਨੂੰ ਕਿੱਥੇ ਸੌਣਾ ਚਾਹੀਦਾ ਹੈ। ਸੌਣ ਦੇ ਸਥਾਨ ਵਾਸਤੇ ਅਸੀਂ ਸਭ ਤੋਂ ਪਹਿਲੇ ਇਹ ਦੇਖਦੇ ਹਾਂ ਕਿ ਸਾਨੂੰ ਸੌਣ ਦੇ ਵਾਸਤੇ ਸਿਰਫ ਸਭ ਤੋਂ ਪਹਿਲੇ ਇਹ ਦੇਖਣਾ ਹੈ ਕਿ ਘਰ ਦੇ ਬਜ਼ੁਰਗ ਕਿੱਥੇ ਸੌਣਗੇ, ਕਿਉਂਕਿ ਬਜ਼ੁਰਗਾਂ ਦਾ ਘਰ ਦੇ ਵਿੱਚ ਸਿਹਤਮੰਦ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਜੋ ਵੀ ਬਜ਼ੁਰਗ ਦਕਸ਼ਿਣ ਔਰ ਪੱਛਮ ਦੇ ਏਰੀਏ ਦੇ ਵਿੱਚ ਜੇਕਰ ਬਜ਼ੁਰਗਾਂ ਦਾ ਬੈਡਰੂਮ ਬਣਾ ਦਿੱਤਾ ਜਾਵੇ ਤਾਂ ਉਹ ਇੱਕ ਅਤੀ ਮਹੱਤਵਪੂਰਨ ਬੈਡਰੂਮ ਗਿਣਿਆ ਜਾਏਗਾ। ਜਿਹੜੇ ਬਜ਼ੁਰਗ ਹਨ ਉਹਨਾਂ ਨੂੰ ਦਕਸ਼ਿਣ ਪੱਛਮ ਦੇ ਵਿੱਚ, ਜਿਹੜੇ ਬੱਚੇ ਹਨ ਉਹਨਾਂ ਨੂੰ ਪੱਛਮ ਔਰ ਉੱਤਰ ਦੇ ਵਿੱਚ ਸਵਾਇਆ ਜਾ ਸਕਦਾ ਹੈ। ਇਸੇ ਤਰ੍ਹਾਂ ਇਹ ਸੌਣ ਦੇ ਕਮਰੇ ਅਸੀਂ ਡਿਸਕਸ ਕਰਦੇ ਹਾਂ। ਸੌਣ ਤੋਂ ਬਾਅਦ ਅਸੀਂ ਇਹ ਦੇਖਦੇ ਹਾਂ ਕਿ ਸਾਡੇ ਘਰ ਦਾ ਮੰਦਿਰ ਕਿੱਥੇ ਚਾਹੀਦਾ ਹੈ। ਮੰਦਿਰ ਦਾ ਸਥਾਨ ਪਹਿਲੇ ਵੀ ਅਸੀਂ ਬੋਲ ਚੁੱਕੇ ਹਾਂ ਕਿ ਜਦੋਂ ਅਸੀਂ ਪੂਰਬ ਤੋਂ ਉੱਤਰ ਵੱਲ ਨੂੰ ਵੱਧਦੇ ਹਾਂ, ਜਿਹੜਾ ਅੱਧ ਦਾ ਸਥਾਨ ਹੈ ਜਿਸ ਨੂੰ ਅਸੀਂ ਨਾਰਥ ਈਸਟ, ਪੂਰਬ ਔਰ ਉੱਤਰ ਜਿਹਨੂੰ ਕਿ ਈਸ਼ਾਨ ਕੋਣ ਵੀ ਕਿਹਾ ਗਿਆ ਹੈ, ਇਹ ਬਹੁਤ ਮਹੱਤਵਪੂਰਨ ਹੈ। ਜਿਸ ਵੀ ਘਰ ਦਾ ਮੰਦਿਰ ਈਸ਼ਾਨ ਕੋਣ ਦੇ ਵਿੱਚ ਹੈ ਉਹ ਘਰ ਤਰੱਕੀ ਕਰਦਾ ਹੈ। ਦੇਵਤਾ ਉਸ ਦੇ ਉੱਤੇ ਹਮੇਸ਼ਾ ਆਸ਼ੀਰਵਾਦ ਰੱਖਦੇ ਹਨ। ਮੰਦਿਰ ਦਾ ਸਥਾਨ ਹੋਣ ਤੋਂ ਬਾਅਦ ਅਸੀਂ ਰਸੋਈ ਦੇ ਵਾਸਤੇ ਵੀ ਗੱਲ ਕੀਤੀ, ਅਸੀਂ ਸੌਣ ਦੇ ਕਮਰਿਆਂ ਦੇ ਗੱਲ ਸੀ ਵੀ ਗੱਲ ਕੀਤੀ। ਇਸੇ ਤਰ੍ਹਾਂ ਘਰ ਦਾ ਜਿਹੜਾ ਡਰਾਇੰਗ ਰੂਮ ਹੈ ਉਹ ਪੂਰਬ ਦੇ ਵਿੱਚ ਹੋਵੇ ਤਾਂ ਜ਼ਿਆਦਾ ਵਧੀਆ ਹੁੰਦਾ ਹੈ। ਔਰ ਘਰ ਦਾ ਜਿਹੜਾ ਗੈਰਾਜ ਹੈ ਉਸ ਨੂੰ ਜੇਕਰ ਉੱਤਰ ਵਿੱਚ ਰੱਖਿਆ ਜਾਵੇ, ਉੱਤਰ ਤੋਂ ਪੱਛਮ ਵੱਲ ਨੂੰ ਵੱਧਦੇ ਹੋਏ ਜਿਹਨੂੰ ਵਕਾਵੇ ਕੋਣ ਕਿਹਾ ਜਾਂਦਾ ਹੈ, ਉਸ ਜਗ੍ਹਾ ਦੇ ਉੱਤੇ ਰੱਖਿਆ ਜਾਵੇ ਤਾਂ ਉਹ ਬਹੁਤ ਵਧੀਆ ਰਹਿੰਦਾ ਹੈ। ਇਸੇ ਤਰ੍ਹਾਂ ਘਰ ਦੇ ਵਿੱਚ ਸੀੜੀਆਂ ਦਾ ਹੋਣਾ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਸੀੜੀਆਂ ਕਿੱਥੇ ਹੋਣਗੀਆਂ। ਜੋ ਵੀ ਸੀੜੀ ਪੂਰਬ ਦੀ ਦਿਸ਼ਾ ਤੋਂ ਚੜ੍ਹੇਗੀ ਜਾਂ ਦਕਸ਼ਿਣ ਦੀ ਦਿਸ਼ਾ ਤੋਂ ਚੜ੍ਹੇਗੀ ਉਹ ਸ਼ੁਭ ਮੰਨੀ ਗਈ ਹੈ। ਜੋ ਸੀੜੀ ਪੱਛਮ ਤੋਂ ਚੜ੍ਹੇਗੀ ਉਹ ਠੀਕ ਨਹੀਂ ਮੰਨੀ ਗਈ। ਪਰ ਸੀੜੀ ਦੇ ਵਿੱਚ ਇੱਕ ਬਹੁਤ ਵੱਡਾ ਚੀਜ਼ ਅਸੀਂ ਦੇਖਦੇ ਹਾਂ ਕਿ ਜਦੋਂ ਵੀ ਅਸੀਂ ਸੀੜੀ ਚੜ੍ਹ ਕੇ ਕੋਠੇ ਦੇ ਉੱਤੇ ਚੜ੍ਹਦੇ ਹਾਂ ਤਾਂ ਕੋਠੇ ਚੜ੍ਹਨ ਦੇ ਬਾਅਦ ਸਾਨੂੰ ਸੱਜੇ ਹੱਥ ਹੀ ਘੁੰਮਣਾ ਹੈ। ਅਸੀਂ ਜਦੋਂ ਵੀ ਉੱਪਰ ਜਾ ਕੇ ਸੱਜੇ ਹੱਥ ਨੂੰ ਘੁੰਮਦੇ ਹਾਂ ਤਾਂ ਉਹ ਏਰੀਆ ਸ਼ੁੱਧ ਹੋ ਜਾਂਦਾ ਹੈ। ਚਾਹੇ ਅਸੀਂ ਪੂਰਬ ਤੋਂ ਦਕਸ਼ਿਣ ਵੱਲ ਨੂੰ ਮੁੜੀਏ ਜਾਂ ਦਕਸ਼ਿਣ ਤੋਂ ਉੱਤਰ ਵੱਲ ਨੂੰ ਮੁੜੀਏ, ਇਹ ਸੱਜਾ ਹੱਥ ਹੁੰਦਾ ਹੈ। ਜਦੋਂ ਅਸੀਂ ਪੂਰਬ ਤੋਂ ਚੱਲਦੇ ਹੋਏ ਦਕਸ਼ਿਣ ਨੂੰ ਮੁੜਾਂਗੇ ਤਾਂ ਅਸੀਂ ਸੱਜੇ ਹੱਥ ਨੂੰ ਚੱਲਾਂਗੇ। ਯਾਨੀ ਕਿ ਕਹਿਣ ਦਾ ਮਤਲਬ ਇਹ ਹੈ ਕਿ ਜਿਸ ਤਰ੍ਹਾਂ ਘੜੀ ਦੀ ਸੂਈ ਘੁੰਮਦੀ ਹੈ ਉਸੇ ਤਰੀਕੇ ਦੇ ਨਾਲ ਹੀ ਸਾਡੀਆਂ ਪੌੜੀਆਂ ਘੁੰਮਣੀਆਂ ਚਾਹੀਦੀਆਂ ਹਨ। ਇਹ ਕਲੌਕਵਾਈਜ਼ ਘੁੰਮਣੀਆਂ ਚਾਹੀਦੀਆਂ ਹਨ, ਐਂਟੀ ਕਲੌਕਵਾਈਜ਼ ਕਦੇ ਨਹੀਂ ਘੁੰਮਣੀਆਂ ਚਾਹੀਦੀਆਂ। ਜੇਕਰ ਪੌੜੀਆਂ ਐਂਟੀ ਕਲੌਕਵਾਈਜ਼ ਘੁੰਮਦੀਆਂ ਹਨ ਤਾਂ ਕੋਠੇ ਦੇ ਉੱਤੇ ਰਹਿਣ ਵਾਲੇ ਬੰਦੇ ਦਾ ਦਿਮਾਗ ਉਲਟਾ ਕੰਮ ਕਰਨਾ ਸ਼ੁਰੂ ਕਰ ਦੇਵੇਗਾ। ਉਹ ਹਰ ਉਹ ਕੰਮ ਕਰੇਗਾ ਜੋ ਕਿ ਇੱਕ ਉਲਟੇ ਤਰੀਕੇ ਦੇ ਨਾਲ ਹੁੰਦਾ ਹੈ, ਸਿੱਧੇ ਤਰੀਕੇ ਨਾਲ ਕੰਮ ਕਰਨਾ ਭੁੱਲ ਜਾਵੇਗਾ। ਸੀੜੀਆਂ ਦਾ ਮਹੱਤਤਾ ਉੱਪਰ ਦੇ ਰਹਿਣ ਵਾਲੇ ਬੰਦਿਆਂ ਦੇ ਵਾਸਤੇ ਜ਼ਿਆਦਾ ਹੈ, ਪਰ ਕੋਈ ਵੀ ਘਰ ਐਸਾ ਨਹੀਂ ਜਿਹੜਾ ਕਿ ਘਰ ਦੇ ਵਿੱਚ ਸੀੜੀ ਬਣਾਵੇ ਤੇ ਸੀੜੀ ਦਾ ਪ੍ਰਯੋਗ ਨਾ ਕਰੇ। ਚਾਹੇ ਉਸ ਦੀ ਦੂਸਰੀ ਮੰਜ਼ਿਲ ਹੋਵੇ ਜਾਂ ਨਾ ਹੋਵੇ, ਉਸ ਨੂੰ ਉਹਦਾ ਪ੍ਰਯੋਗ ਕਰਨਾ ਹੀ ਪੈਂਦਾ ਹੈ। ਜੋ ਵੀ ਆਦਮੀ ਉਸ ਸੀੜੀ ਦਾ ਪ੍ਰਯੋਗ ਕਰਦਾ ਹੈ ਉਹ ਜੇਕਰ ਸੀੜੀ ਸਿੱਧੀ ਹੈ, ਸੱਜੇ ਪਾਸੇ ਨੂੰ ਘੁੰਮਦੀ ਹੈ ਤਾਂ ਉਸ ਦਾ ਦਿਮਾਗ ਠੀਕ ਰਹਿੰਦਾ ਹੈ। ਜੇਕਰ ਉਲਟੇ ਪਾਸੇ ਘੁੰਮਦੀ ਹੈ ਤਾਂ ਉਸ ਦਾ ਦਿਮਾਗ ਉਲਟਾ ਹੀ ਚੱਲਦਾ ਹੈ, ਉਹ ਸਿੱਧੇ ਪਾਸੇ ਨੂੰ ਸੋਚ ਵੀ ਨਹੀਂ ਸਕਦਾ। ਕੁਝ ਚੀਜ਼ਾਂ ਐਸੀਆਂ ਹਨ ਜਿਨ੍ਹਾਂ ਨੂੰ ਕਿ ਅਸੀਂ ਵਜ਼ਨਦਾਰ ਵੀ ਕਹਿੰਦੇ ਹਾਂ। ਸੀੜੀ ਵੀ ਇੱਕ ਵਜ਼ਨਦਾਰ ਚੀਜ਼ ਹੈ, ਇਸ ਕਰਕੇ ਦਕਸ਼ਿਣ ਤੋਂ ਚੱਲਣ ਵਾਲੀ ਸੀੜੀ ਹਮੇਸ਼ਾ ਜ਼ਿਆਦਾ ਫਾਇਦੇਮੰਦ ਹੁੰਦੀ ਹੈ। ਜੋ ਵੀ ਆਦਮੀ ਘਰ ਦੇ ਦਕਸ਼ਿਣ ਦੇ ਵੀ ਸੀੜੀ ਬਣਾਉਂਦਾ ਹੈ ਉਸ ਨੂੰ ਜ਼ਿਆਦਾ ਫਾਇਦਾ ਮਿਲੇਗਾ। ਜੋ ਪੂਰਬ ਚੋਂ ਬਣਾਉਂਦਾ ਹੈ, ਪੂਰਬ ਤੋਂ ਦਕਸ਼ਿਣ ਵੱਲ ਨੂੰ ਫੈਲਦਾ ਹੈ, ਉਸ ਨੂੰ ਘੱਟ ਫਾਇਦਾ ਮਿਲੇਗਾ। ਇਹ ਸਾਰੀਆਂ ਚੀਜ਼ਾਂ ਨੂੰ ਨੋਟ ਕਰਦੇ ਹੋਏ ਜਦੋਂ ਅਸੀਂ ਅੱਗੇ ਚੱਲਦੇ ਹਾਂ ਤਾਂ ਪ੍ਰਿਥਵੀ, ਧਰਤੀ ਵੀ ਇੱਕ ਬਹੁਤ ਵੱਡੀ ਚੀਜ਼ ਹੈ ਕਿ ਧਰਤੀ ਕੈਸੀ ਹੈ। ਜਿਸ ਧਰਤੀ ਦੇ ਉੱਤੇ ਅਸੀਂ ਮਕਾਨ ਬਣਾਉਣ ਲੱਗੇ ਹਾਂ, ਇਸ ਧਰਤੀ ਦੇ ਵਿੱਚ ਕੋਈ ਗੁਣ ਹੈ ਜਾਂ ਅਵਗੁਣ ਹੈ। ਜੇਕਰ ਅਸੀਂ ਖੁਸ਼ਹਾਲ ਸ਼ਹਿਰ ਦੇ ਵਿੱਚ ਜਿੱਥੇ ਕਿ ਆਲੇ ਦੁਆਲੇ ਚੰਗੀਆਂ ਕੋਠੀਆਂ ਬਣੀਆਂ ਹੋਈਆਂ ਹਨ, ਲੋਕੀ ਸਮਰਿੱਧ ਹਨ, ਉਸ ਧਰਤੀ ਨੂੰ ਚੈੱਕ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ। ਜੇਕਰ ਅਸੀਂ ਇੱਕ ਨਵੀਂ ਜਗ੍ਹਾ ਦੇ ਉੱਤੇ ਜਾਂਦੇ ਹਾਂ ਜਿੱਥੇ ਕਿ ਆਲੇ ਦੁਆਲੇ ਕੋਈ
ਵਸੋਂ ਨਹੀਂ ਹੈ, ਲੋਕ ਨਹੀਂ ਰਹਿੰਦੇ ਹਨ, ਉਸ ਧਰਤੀ ਨੂੰ ਜ਼ਰੂਰ ਸਾਨੂੰ ਚੈੱਕ ਕਰਨਾ ਚਾਹੀਦਾ ਹੈ ਕਿ ਕਿਆ ਇਹ ਧਰਤੀ ਵਾਸਤੂ ਦੇ ਮੁਤਾਬਕ ਹੈ, ਕਿਆ ਇਹ ਚੰਗਾ ਫਲ ਦੇਵੇਗੀ। ਜੇਕਰ ਧਰਤੀ ਦੇ ਵਿੱਚ ਸਮੈਲ ਯਾਨੀ ਕਿ ਬਦਬੂ ਹੈ ਤਾਂ ਉਹ ਧਰਤੀ ਠੀਕ ਨਹੀਂ ਹੈ। ਜੇਕਰ ਧਰਤੀ ਦੇ ਵਿੱਚ ਖੁਸ਼ਬੂ ਹੈ, ਉਹਦੀ ਮਿੱਟੀ ਦੀ ਖੁਸ਼ਬੂ ਆਉਂਦੀ ਹੈ, ਤਾਂ ਉਹ ਧਰਤੀ ਬਿਲਕੁਲ ਠੀਕ ਹੈ। ਦੂਜਾ ਤਰੀਕਾ ਇਹਨੂੰ ਚੈੱਕ ਕਰਨ ਦਾ ਇਹ ਵੀ ਹੈ ਕਿ ਧਰਤੀ ਦੇ ਵਿੱਚ ਅਸੀਂ ਥੋੜ੍ਹਾ ਟੋਇਆ ਖੋਦ ਕੇ ਉਹਦੇ ਵਿੱਚ ਪਾਣੀ ਭਰ ਦਈਏ। ਪਾਣੀ ਭਰ ਕੇ ਅਸੀਂ 100-200 ਕਦਮ ਚੱਲੀਏ ਔਰ ਵਾਪਸ ਆਈਏ। ਜੇਕਰ ਦੇਖੋ, ਜੇਕਰ ਧਰਤੀ ਨੇ ਪਾਣੀ ਪੀਤਾ ਹੈ, ਧਰਤੀ ਠੀਕ ਹੈ। ਜੇਕਰ ਧਰਤੀ ਨੇ ਪਾਣੀ ਨਹੀਂ ਪੀਤਾ, ਧਰਤੀ ਠੀਕ ਨਹੀਂ ਹੈ। ਇਸੇ ਤਰ੍ਹਾਂ ਧਰਤੀ ਦੇ ਵਿੱਚ ਅਪਵਾਦ ਵੀ ਨੇ ਔਰ ਲੋਕੀ ਉਹਦੇ ਬਾਰੇ ਅਲੱਗ-ਅਲੱਗ ਡੈਫੀਨੇਸ਼ਨਸ ਦਿੰਦੇ ਹਨ। ਕੁਝ ਲੋਕਾਂ ਦਾ ਵਿਚਾਰ ਹੈ ਸ਼ਮਸ਼ਾਨ ਦੇ ਨੇੜੇ ਮਕਾਨ ਨਹੀਂ ਬਣਾਉਣਾ ਚਾਹੀਦਾ। ਲਾਲ ਕਿਤਾਬ ਦੇ ਬਾਰੇ ਜਦੋਂ ਦੇਖਦੇ ਹਾਂ ਤਾਂ ਲਾਲ ਕਿਤਾਬ ਕਹਿੰਦੀ ਹੈ ਕਿ ਤੁਹਾਡਾ ਘਰ ਮੰਦਰ, ਮਸਜਿਦ, ਗੁਰਦੁਆਰਾ ਦੇ ਨਜ਼ਦੀਕ ਨਹੀਂ ਹੋਣਾ ਚਾਹੀਦਾ, ਉਸ ਦੀ ਛਾਂ ਨਹੀਂ ਪੈਣੀ ਚਾਹੀਦੀ, ਕਿਉਂਕਿ ਮੰਦਰ, ਮਸਜਿਦ, ਗੁਰਦੁਆਰਾ ਇਹ ਪਵਿੱਤਰ ਸਥਾਨ ਨੇ। ਇਹ ਪਵਿੱਤਰ ਸਥਾਨ ਦੇ ਨੇੜੇ ਜਾ ਕੇ ਜਦੋਂ ਅਸੀਂ ਘਰ ਦੇ ਵਿੱਚ ਰਹਿੰਦੇ ਹਾਂ ਤੇ ਕਈ ਤਰ੍ਹਾਂ ਦੇ ਗਲਤ ਕੰਮ ਕਰਦੇ ਹਾਂ, ਝੂਠ ਬੋਲਦੇ ਹਾਂ, ਫਰੇਬ ਕਰਦੇ ਹਾਂ। ਇਸ ਕਰਕੇ ਉਹਨਾਂ ਦੇ ਨੇੜੇ ਜੇਕਰ ਅਸੀਂ ਇਹ ਕੰਮ ਕਰਦੇ ਹਾਂ ਤਾਂ ਸਾਨੂੰ ਆਸ਼ੀਰਵਾਦ ਮਿਲਣ ਦੀ ਬਜਾਏ ਰੱਬ ਦਾ ਕਰੋਪੀ ਦਾ ਭਾਜਨ ਬਣਨਾ ਪੈਂਦਾ ਹੈ। ਇਸ ਕਰਕੇ ਧਰਤੀ ਦਾ ਚੁਣਾਵ ਕਿਸ ਜਗ੍ਹਾ ਦੇ ਉੱਤੇ ਕਰਦੇ ਹਾਂ। ਪਹਿਲੇ ਅਸੀਂ ਦਿਸ਼ਾਵਾਂ ਦੇ ਬਾਰੇ ਬੋਲਿਆ, ਕਿਹੜੀ ਦਿਸ਼ਾਵਾਂ ਨੂੰ ਕਰਦੇ ਹਾਂ। ਸਭ ਤੋਂ ਵਧੀਆ ਦਿਸ਼ਾ ਪੂਰਬ, ਉੱਤਰ, ਉਸ ਤੋਂ ਬਾਅਦ ਦੀ ਦਿਸ਼ਾ ਪੱਛਮ, ਚੌਥੇ ਹਿੱਸੇ ਦੀ ਦਿਸ਼ਾ ਦਕਸ਼ਿਣ, ਜਿਹੜੀ ਕਿ ਭੈੜੀ ਗਿਣੀ ਗਈ ਹੈ। ਪਰ ਜੇਕਰ ਤੁਹਾਡੇ ਕੋਲ ਉਹ ਆ ਹੀ ਜਾਂਦੀ ਹੈ ਤਾਂ ਉਸ ਦੇ ਵੀ ਉਪਾਏ ਹਨ। ਸਭ ਤੋਂ ਵਧੀਆ ਦਿਸ਼ਾ ਪੂਰਬ ਹੈ, ਦੂਜੇ ਨੰਬਰ ਦੀ ਦਿਸ਼ਾ ਉੱਤਰ ਹੈ, ਤੀਜੇ ਨੰਬਰ ਦੀ ਦਿਸ਼ਾ ਪੱਛਮ ਹੈ। ਇਹਨਾਂ ਸਾਰੀਆਂ ਦਿਸ਼ਾਵਾਂ ਦਾ ਗਿਆਨ ਕਰਕੇ, ਧਿਆਨ ਰੱਖ ਕੇ ਹੀ ਸਾਨੂੰ ਕੋਈ ਪਲਾਟ ਦੇਖਣਾ ਚਾਹੀਦਾ ਹੈ, ਪਲਾਟ ਖਰੀਦਣਾ ਚਾਹੀਦਾ ਹੈ। ਇਸੇ ਤਰ੍ਹਾਂ ਘਰ ਦੇ ਵਿੱਚ ਜਿਸ ਤਰ੍ਹਾਂ ਕਿ ਅਸੀਂ ਸਵਾਗਤ ਕਕਸ਼, ਡਰਾਇੰਗ ਰੂਮ ਦੇ ਬਾਰੇ ਬੋਲਿਆ, ਇਸੇ ਤਰ੍ਹਾਂ ਘਰ ਦੇ ਵਿੱਚ ਸਟੋਰ ਦਾ ਹੋਣਾ ਵੀ ਬੜਾ ਜ਼ਰੂਰੀ ਹੈ। ਇੱਕ ਘਰ ਦੇ ਵਿੱਚ ਸਟੋਰ ਕਿਸ ਜਗ੍ਹਾ ਦੇ ਉੱਤੇ ਹੋਵੇਗਾ? ਸਟੋਰ ਇੱਕ ਵਜ਼ਨਦਾਰ ਚੀਜ਼ਾਂ ਰੱਖਣ ਦੇ ਵਾਸਤੇ ਹੁੰਦਾ ਹੈ। ਹਮੇਸ਼ਾ ਸਟੋਰ, ਜਿੱਥੇ ਕਿ ਅਸੀਂ ਇਹ ਕਿਹਾ ਕਿ ਦਕਸ਼ਿਣ ਔਰ ਪੱਛਮ ਦੇ ਵਿੱਚ, ਜਿੱਥੇ ਕਿ ਬਜ਼ੁਰਗਾਂ ਦਾ ਬੈਡਰੂਮ ਬਣਾਉਣ ਵਾਸਤੇ ਕਿਹਾ ਗਿਆ, ਉਹਦੇ ਸੱਜੇ ਖੱਬੇ ਕਿਤੇ ਵੀ ਬਣਾਇਆ ਜਾ ਸਕਦਾ ਹੈ, ਤਾਂ ਕਿ ਘਰ ਦਾ ਵਜ਼ਨ, ਘਰ ਦੀਆਂ ਚੀਜ਼ਾਂ ਉਹਦੇ ਵਿੱਚ ਪਈਆਂ ਰਹਿਣ। ਇਸੇ ਤਰ੍ਹਾਂ ਅਸੀਂ ਸਟੱਡੀ ਰੂਮ ਦੇ ਬਾਰੇ ਬੋਲਾਂਗੇ। ਸਟੱਡੀ ਰੂਮ ਹਵਾ ਦੇ ਸਥਾਨ ਤੇ ਬਣਾਇਆ ਜਾ ਸਕਦਾ ਹੈ, ਨਾਰਥ ਵੈਸਟ ਦੇ ਵਿੱਚ ਬਣਾਇਆ ਜਾ ਸਕਦਾ ਹੈ। ਇਸੇ ਤਰ੍ਹਾਂ ਅਸੀਂ ਬਾਥਰੂਮ ਦੇ ਬਾਰੇ ਬੋਲਾਂਗੇ। ਸਾਊਥ ਵੈਸਟ, ਦਕਸ਼ਿਣ ਪੱਛਮ ਦੇ ਵਿੱਚ ਇੱਕ ਘਰ ਦਾ ਬਾਥਰੂਮ ਬਣਾਇਆ ਜਾ ਸਕਦਾ ਹੈ। ਇਸ ਜਗ੍ਹਾ ਦੇ ਉੱਤੇ ਜੇਕਰ ਸੀਵਰੇਜ ਦੀ ਸਹੂਲਤ ਨਾ ਹੋਵੇ ਤਾਂ ਸਾਊਥ ਵੈਸਟ ਦੇ ਵਿੱਚ ਅਸੀਂ ਸੈਪਟਿਕ ਟੈਂਕ ਵੀ ਬਣਾ ਸਕਦੇ ਹਾਂ। ਇਸੇ ਤੋਂ ਉਲਟ ਜਦੋਂ ਅਸੀਂ ਨਾਰਥ ਈਸਟ ਦੇ ਵਿੱਚ ਪਹੁੰਚਦੇ ਹਾਂ, ਜਿਹੜੀ ਕਿ ਇਸ ਤੋਂ ਬਿਲਕੁਲ ਉਲਟੀ ਦਿਸ਼ਾ ਹੈ, ਉੱਥੇ ਭੁੱਲ ਕੇ ਵੀ ਸੈਪਟਿਕ ਟੈਂਕ ਨਹੀਂ ਬਣਾਇਆ ਜਾ ਸਕਦਾ। ਉਹ ਇੱਕ ਆਦਮੀ ਨੂੰ ਬੇਔਲਾਦ ਕਰਨ ਦੇ ਵਿੱਚ ਸਹਾਇਕ ਹੋਏਗਾ। ਜਦਕਿ ਦਕਸ਼ਿਣ ਪੱਛਮ ਦੇ ਵਿੱਚ ਅਸੀਂ ਸੈਪਟਿਕ ਟੈਂਕ ਬਣਾ ਸਕਦੇ ਹਾਂ। ਇਸੇ ਤਰ੍ਹਾਂ ਘਰ ਦੇ ਵਿੱਚ ਸੌਣਾ, ਬੈਠਣਾ, ਉੱਠਣਾ, ਸਾਡੇ ਪੈਰ ਕਿੱਧਰ ਨੂੰ ਹੋਣੇ ਚਾਹੀਦੇ ਹਨ, ਸਾਡਾ ਮੂੰਹ ਕਿੱਧਰ ਨੂੰ ਹੋਣਾ ਚਾਹੀਦਾ ਹੈ, ਸਾਡਾ ਸਿਰ ਕਿੱਧਰ ਨੂੰ ਹੋਣਾ ਚਾਹੀਦਾ ਹੈ। ਇਸ ਦੇ ਬਾਰੇ ਵਾਸਤੂਕਾਰ ਅਲੱਗ-ਅਲੱਗ ਤਰੀਕੇ ਦੇ ਨਾਲ ਸਮਝਾਉਂਦੇ ਹਨ। ਮੈਂ ਆਪ ਜੀ ਨੂੰ ਇੱਕ ਬੜੇ ਹੀ ਸਰਲ ਤਰੀਕੇ ਦੇ ਨਾਲ ਸਮਝਾਉਣਾ ਚਾਹੁੰਦਾ ਹਾਂ ਕਿ ਇੱਕ ਆਦਮੀ ਜਿਹੜਾ ਕਿ ਘਰ ਦੇ ਵਿੱਚ ਰਹਿੰਦਾ ਹੈ, ਉਸ ਦਾ ਸਿਰ ਹਮੇਸ਼ਾ ਹੀ ਦਕਸ਼ਿਣ ਦੀ ਤਰਫ ਹੋਣਾ ਚਾਹੀਦਾ ਹੈ। ਜਦੋਂ ਵੀ ਉਹਦਾ ਸਿਰ ਦਕਸ਼ਿਣ ਵੱਲ ਹੋਏਗਾ ਤਾਂ ਉਹਦਾ ਮੂੰਹ ਆਪਣੇ ਆਪ ਹੀ ਉੱਤਰ ਦੀ ਤਰਫ ਚਲਾ ਜਾਏਗਾ। ਉੱਤਰ ਪਹਾੜ ਹੈ, ਕੁਬੇਰ ਦਾ ਵਾਸ ਹੈ, ਉੱਥੇ ਧਨ ਦਾ ਦੇਵਤਾ ਰਹਿੰਦਾ ਹੈ। ਜਦੋਂ ਅਸੀਂ ਉੱਤਰ ਵੱਲ ਨੂੰ ਪੈਰ ਕਰਾਂਗੇ, ਸਿਰ ਦਕਸ਼ਿਣ ਵੱਲ ਨੂੰ ਕਰਾਂਗੇ ਔਰ ਸੋਵਾਂਗੇ ਤਾਂ ਸਾਡੇ ਪੈਰ ਆਪਣੇ ਆਪ ਹੀ ਉੱਤੇ ਹੋ ਜਾਣਗੇ। ਡਾਕਟਰ ਵੀ ਇਹ ਕਹਿੰਦੇ ਹਨ ਕਿ ਪੈਰਾਂ ਨੂੰ ਉੱਚਾ ਕਰਕੇ ਸੋਣਾ ਚਾਹੀਦਾ ਹੈ ਤਾਂ ਕਿ ਬੰਦੇ ਦੀ ਬਲੱਡ ਸਰਕੂਲੇਸ਼ਨ ਠੀਕ ਰਹੇ। ਇਸੇ ਤਰ੍ਹਾਂ ਉੱਤਰ ਦੇ ਵੱਲ ਨੂੰ ਪੈਰ ਕਰਕੇ ਔਰ ਦਕਸ਼ਿਣ ਵੱਲ ਨੂੰ ਸਿਰ ਕਰਕੇ ਸੌਣ ਵਾਲੇ ਬੰਦੇ ਦੀ ਸਿਹਤ ਠੀਕ ਰਹਿੰਦੀ ਹੈ। ਪਰ ਕਦੀ ਵੀ ਭੁੱਲ ਕੇ ਪੂਰਬ ਵੱਲ ਨੂੰ ਜਾਂ ਇਸ਼ਾਨ ਕੋਣ, ਜਿਹਨੂੰ ਕਿ ਅਸੀਂ ਪੂਰਬ ਤੋਂ ਉੱਤਰ ਵੱਲ ਨੂੰ ਚੱਲਦੇ ਹਾਂ, ਜਿੱਥੇ ਕਿ ਪੂਰਨ ਦੇਵਤਾਵਾਂ ਦਾ ਵਾਸ ਹੈ, ਉਧਰ ਨੂੰ ਪੈਰ ਕਰਕੇ ਕਦੀ ਨਹੀਂ ਸੋਣਾ ਚਾਹੀਦਾ। ਜਦੋਂ ਵੀ ਸੋਣਾ ਹੋਵੇ, ਇਨਸਾਨ ਨੇ
ਉਹਨੂੰ ਆਪਣਾ ਸਿਰ ਦਕਸ਼ਿਣ ਦੇ ਵਿੱਚ ਰੱਖਣਾ ਚਾਹੀਦਾ ਹੈ, ਪੈਰ ਉੱਤਰ ਦੇ ਵਿੱਚ ਰੱਖਣੇ ਚਾਹੀਦੇ ਹਨ। ਉੱਤਰ ਉੱਚਾ ਹੀ ਗਿਣਿਆ ਗਿਆ ਹੈ, ਜਦ ਕਿ ਅਸੀਂ ਆਪਣੇ ਘਰ ਦਾ ਬਹਾਵ, ਪਾਣੀ ਦਾ ਬਹਾਵ ਪੂਰਬ ਦੇ ਵੱਲ ਨੂੰ ਕਰਦੇ ਹਾਂ। ਹਮੇਸ਼ਾ ਪੂਰਬ ਤੋਂ ਜਦੋਂ ਘਰ ਨੂੰ ਡਿਜ਼ਾਈਨ ਕਰਦੇ ਹਾਂ, ਪੱਛਚਿਮ ਉੱਚਾ ਰੱਖਿਆ ਜਾਂਦਾ ਹੈ। ਪੂਰਬ ਨੀਵਾਂ, ਪੱਛਚਿਮ ਉੱਚਾ। ਇਸੇ ਤਰ੍ਹਾਂ ਉੱਤਰ ਨੀਵਾਂ, ਦਕਸ਼ਣ ਉੱਚਾ। ਯਾਨੀ ਕਿ ਜੋ ਕਹਿਣ ਦਾ ਮਤਲਬ ਇਹ ਹੈ ਕਿ ਪੂਰਬ ਦੀ ਦਿਸ਼ਾ ਔਰ ਉੱਤਰ ਦੀ ਦਿਸ਼ਾ ਨੀਵੀਂ ਰੱਖਦੇ ਹਾਂ, ਦਕਸ਼ਣ ਦੀ ਦਿਸ਼ਾ ਅਤੇ ਪੱਛਚਿਮ ਦੀ ਦਿਸ਼ਾ ਅਸੀਂ ਉੱਚੀ ਰੱਖਦੇ ਹਾਂ। ਜਦੋਂ ਅਸੀਂ ਉੱਤੇ ਵਜਨ ਪਾਉਂਦੇ ਹਾਂ ਤਾਂ ਉਹ ਉੱਚੀ ਹੋ ਜਾਂਦੀ ਹੈ। ਉਧਰਲੇ ਪਾਸੇ ਅਸੀਂ ਕੰਸਟਰਕਸ਼ਨ ਨਹੀਂ ਕਰਦੇ, ਹਵਾ ਦਾ ਸਥਾਨ ਆਉਂਦਾ ਹੈ, ਰੌਸ਼ਨੀ ਆਉਂਦੀ ਹੈ, ਘਰ ਦੇ ਵਿੱਚ ਖੁਸ਼ਹਾਲੀ ਆਉਂਦੀ ਹੈ। ਇਸੇ ਤਰ੍ਹਾਂ ਘੱਟ ਜਗ੍ਹਾ ਹੋਣ ਕਰਕੇ ਅੱਜ ਬਹੁਤ ਸਾਰੇ ਲੋਕ ਬੇਸਮੈਂਟਸ ਬਣਾਉਣੇ ਸ਼ੁਰੂ ਕਰ ਦਿੱਤੇ ਹੈ। ਲੋਕੀ ਜ਼ਮੀਨ ਦੇ ਅੰਦਰ ਰਹਿਣਾ ਸ਼ੁਰੂ ਕਰ ਦਿੱਤਾ ਹੈ। ਬੇਸਮੈਂਟ ਇੱਕ ਘਰ ਦੇ ਵਿੱਚ ਕਿੱਥੇ ਹੋਣੀ ਚਾਹੀਦੀ ਹੈ? ਬੇਸਮੈਂਟ ਦਾ ਸਥਾਨ ਸਿਰਫ ਉੱਤਰ ਹੀ ਹੈ। ਜੇਕਰ ਦਕਸ਼ਿਣ ਦੇ ਵਿੱਚ ਬੇਸਮੈਂਟ ਬਣਾਓਗੇ, ਦਕਸ਼ਿਣ ਹਲਕਾ ਹੋ ਜਾਏਗਾ, ਮਿੱਟੀ ਕੱਢ ਲਓਗੇ ਉੱਥੋਂ। ਪਲਾਟ ਦਾ ਦਕਸ਼ਿਣ ਹਮੇਸ਼ਾ ਭਾਰੀ ਹੋਣਾ ਚਾਹੀਦਾ ਹੈ। ਬੇਸਮੈਂਟ ਸਿਰਫ ਉੱਤਰ ਦਾ ਜਿਹੜਾ ਪੋਰਸ਼ਨ ਹੈ ਉਸ ਦੇ ਵਿੱਚ ਹੀ ਬਣ ਸਕਦੀ ਹੈ। ਜੇਕਰ ਅਸੀਂ ਉੱਤਰ ਦੇ ਵਿੱਚ ਬੇਸਮੈਂਟ ਬਣਾਵਾਂਗੇ ਤਾਂ ਉਸ ਘਰ ਦੇ ਫਲ ਵੱਧ ਜਾਣਗੇ। ਉਹ ਬੇਸਮੈਂਟ ਸਾਨੂੰ ਕਈ ਗੁਣਾ ਜ਼ਿਆਦਾ ਫਲਦਾਇਕ ਬਣਾ ਦੇਵੇਗੀ। ਇੰਨੇ ਜ਼ਿਆਦਾ ਫਲ ਮਿਲਣਗੇ ਅਸੀਂ ਸੋਚ ਵੀ ਨਹੀਂ ਸਕਦੇ। ਪਰ ਇਸ ਤੋਂ ਉਲਟ ਜੇਕਰ ਅਸੀਂ ਦਕਸ਼ਿਣ ਦੇ ਵਿੱਚ ਬੇਸਮੈਂਟ ਬਣਾ ਦਿੱਤੀ ਤਾਂ ਉਸ ਘਰ ਨੂੰ ਇਤਨੇ ਜ਼ਿਆਦਾ ਨੁਕਸਾਨ ਹੋਣਗੇ ਕਿ ਉਹਨਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ। ਇਹ ਬੈਲੈਂਸ ਦਾ ਸਿਧਾਂਤ ਹੈ। ਇੱਕ ਧਰਤੀ ਨੂੰ ਬੈਲੈਂਸ ਕਰਨਾ ਕਿ ਧਰਤੀ ਨੂੰ ਕਿਹੜੇ ਪਾਸਿਓਂ, ਜਿਸ ਤਰ੍ਹਾਂ ਕਿ ਸਾਡਾ ਸਰੀਰ ਹੈ, ਸਾਡੇ ਸਰੀਰ ਦੇ ਕੁਝ ਨਾਜ਼ੁਕ ਅੰਗ ਨੇ। ਜੇਕਰ ਨਾਜ਼ੁਕ ਅੰਗਾਂ ਦੇ ਉੱਤੇ ਅਸੀਂ ਵਜਨ ਪਾ ਦਿਆਂਗੇ ਤਾਂ ਅਸੀਂ ਬੜੀ ਜਲਦੀ ਥੱਕ ਜਾਵਾਂਗੇ, ਬੜੀ ਛੇਤੀ ਮਰ ਜਾਵਾਂਗੇ। ਇਸੇ ਤਰੀਕੇ ਨਾਲ ਧਰਤੀ ਦੇ ਉੱਤਰ ਦੇ ਵਿੱਚ ਵਜਨ ਨਹੀਂ ਪਾਉਣਾ, ਪੂਰਬ ਦੇ ਵਿੱਚ ਵਜਨ ਨਹੀਂ ਪਾਉਣਾ, ਦਕਸ਼ਿਣ ਔਰ ਪੱਛਚਿਮ ਦੇ ਵਿੱਚ ਜਿੰਨਾ ਵਜਨ ਚਾਹੁੰਦੇ ਹੋ ਪਾ ਲਓ। ਪਰ ਫਿਰ ਵੀ ਉਹਦੇ ਬਾਵਜੂਦ ਵੀ ਇਹ ਕਿਹਾ ਹੈ ਕਿ ਦਕਸ਼ਿਣ ਪੱਛਚਿਮ ਨਾਲੋਂ ਵੀ ਜ਼ਿਆਦਾ ਉੱਚਾ ਚਾਹੀਦਾ ਹੈ, ਜ਼ਿਆਦਾ ਵਜ਼ਨਦਾਰ ਚਾਹੀਦਾ ਹੈ। ਇਹਨਾਂ ਸਾਰੀਆਂ ਚੀਜ਼ਾਂ ਨੂੰ ਨੋਟ ਕਰਦੇ ਹੋਏ ਅਸੀਂ ਜਦੋਂ ਬੇਸਮੈਂਟ ਦੇ ਬਾਰੇ ਬੋਲਿਆ, ਉਹਦੇ ਬਾਅਦ ਘਰ ਦੀ ਤਿਜੋਰੀ। ਘਰ ਦੇ ਵਿੱਚ ਇੱਕ ਕੈਸ਼ ਬਾਕਸ ਹੁੰਦਾ ਹੈ ਜਿਸ ਦੇ ਵਿੱਚ ਘਰ ਦੇ ਬਜ਼ੁਰਗ ਜਾਂ ਘਰ ਦਾ ਜਿਹੜਾ ਮਾਲਕ ਹੈ ਆਪਣਾ ਪੈਸਾ ਰੱਖਦਾ ਹੈ। ਘਰ ਦੀ ਤਿਜੋਰੀ ਹਮੇਸ਼ਾ ਹੀ ਦਕਸ਼ਿਣ ਦੇ ਵਿੱਚ ਹੋਣੀ ਚਾਹੀਦੀ ਹੈ, ਜਿੱਥੇ ਬਜ਼ੁਰਗਾਂ ਦਾ ਕਮਰਾ ਹੈ। ਪਰ ਉਹਦਾ ਮੂੰਹ ਹਮੇਸ਼ਾ ਹੀ ਉੱਤਰ ਵੱਲ ਨੂੰ ਖੁੱਲਣਾ ਚਾਹੀਦਾ ਹੈ। ਜਿੱਥੇ ਕਿ ਈਸ਼ਾਨ ਤੋਂ ਥੋੜ੍ਹਾ ਜਿਹਾ ਅੱਗੇ ਨੂੰ ਵਧਾਂਗੇ, ਪੂਰਬ ਤੋਂ ਉੱਤਰ ਨੂੰ ਪਹੁੰਚਾਂਗੇ, ਉੱਤਰ ਤੋਂ ਧਨ ਸਿੱਧਾ ਤਿਜੋਰੀ ਦੇ ਵਿੱਚ ਆਏਗਾ। ਤਿਜੋਰੀ ਦਾ ਮੂੰਹ ਜਾਂ ਤਿਜੋਰੀ ਦਾ ਸਥਾਨ ਇਹੀ ਹੈ ਕਿ ਦਕਸ਼ਿਣ ਵਾਲੇ ਪਾਸੇ ਦੇ ਵਿੱਚ ਅਸੀਂ ਜਦੋਂ ਤਿਜੋਰੀ ਰੱਖਾਂਗੇ ਔਰ ਉਹਦਾ ਮੂੰਹ ਅਸੀਂ ਉੱਤਰ ਵਾਲੇ ਪਾਸੇ ਕਰਾਂਗੇ ਤਾਂ ਕਿ ਉੱਤਰ ਤੋਂ ਉਹਦਾ ਆਗਮਨ ਇੱਧਰ ਆਵੇ। ਪਰ ਇਹ ਚੀਜ਼ ਕੋਈ ਫੰਡਾਮੈਂਟਲ ਕਾਨੂੰਨ ਵਾਸਤੂ ਦਾ ਨਹੀਂ ਹੈ। ਕਿਸੇ ਵੀ ਤਿਜੋਰੀ ਨੂੰ ਜੇਕਰ ਘਰ ਦੇ ਵਿੱਚ ਰੱਖਣਾ ਚਾਹੁੰਦੇ ਹੋ, ਕਿਸੇ ਵੀ ਕਮਰੇ ਦਾ ਦਕਸ਼ਿਣ ਲੱਭਿਆ ਜਾ ਸਕਦਾ ਹੈ, ਉਸ ਜਗ੍ਹਾ ਦੇ ਉੱਤੇ ਇਸ ਨੂੰ ਰੱਖਿਆ ਜਾ ਸਕਦਾ ਹੈ। ਇਸੇ ਤਰ੍ਹਾਂ ਜਦੋਂ ਅਸੀਂ ਸੌਂਦੇ ਹਾਂ, ਜਿਹੜੇ ਵੀ ਕਮਰੇ 'ਚ ਸੌਂਦੇ ਹਾਂ, ਉਸ ਕਮਰੇ ਦਾ ਦਕਸ਼ਿਣ ਕਿੱਥੇ ਹੈ ਉਧਰ ਨੂੰ ਸਿਰ ਕੀਤਾ ਜਾ ਸਕਦਾ ਹੈ। ਕੋਈ ਜ਼ਰੂਰੀ ਨਹੀਂ ਹੈ ਕਿ ਅਸੀਂ ਦਕਸ਼ਿਣ ਦੇ ਵਿੱਚ ਹੀ ਆਪਣਾ ਬੈਡਰੂਮ ਬਣਾਈਏ, ਪਰ ਜੇਕਰ ਬਣ ਸਕੇ ਤਾਂ ਉਹ ਜ਼ਿਆਦਾ ਵਧੀਆ ਹੋਏਗਾ। ਦਕਸ਼ਿਣ ਦੇ ਵਿੱਚ ਰਹਿਣ ਵਾਲਾ ਜਿਹੜਾ ਬੰਦਾ ਹੈ, ਦਕਸ਼ਿਣ ਪੱਛਚਿਮ ਦੇ ਵਿੱਚ ਸੌਣ ਵਾਲਾ ਬੰਦਾ ਜ਼ਿਆਦਾ ਸਿਹਤਮੰਦ ਗਿਣਿਆ ਗਿਆ ਹੈ। ਪਰ ਇੱਕ ਘਰ ਦੇ ਵਿੱਚ ਜਿੰਨੇ ਕਮਰੇ ਹਨ, ਸਾਰਿਆਂ ਦਾ ਪੂਰਬ, ਪੱਛਚਿਮ, ਉੱਤਰ, ਦਕਸ਼ਿਣ ਕੱਢਿਆ ਜਾ ਸਕਦਾ ਹੈ। ਉਸ ਦੇ ਮੁਤਾਬਕ ਉਹਦੇ ਵਿੱਚ ਰਿਹਾ ਜਾ ਸਕਦਾ ਹੈ। ਅਸੀਂ ਕੁਝ ਐਸੀਆਂ ਚੀਜ਼ਾਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ, ਜਿਸ ਤਰ੍ਹਾਂ ਕਿ ਕਿਸੇ ਵੀ ਘਰ ਦੇ ਵਿੱਚ ਕੋਈ ਵੀ ਸ਼ੀਸ਼ਾ ਉਹ ਸ਼ੀਸ਼ਾ ਹੈ ਜਿਹੜਾ ਕਿ ਮੂੰਹ ਦੇਖਣ ਵਾਲਾ ਸ਼ੀਸ਼ਾ ਕਿਹਾ ਗਿਆ। ਆਮ ਸ਼ੀਸ਼ਾ ਤਾਂ ਹਰ ਖਿੜਕੀ ਨੂੰ ਲੱਗੇਗਾ। ਮੂੰਹ ਦੇਖਣ ਵਾਲਾ ਸ਼ੀਸ਼ਾ ਉੱਤਰ ਦੀਆਂ ਦੀਵਾਰਾਂ ਦੇ ਉੱਤੇ, ਪੂਰਬ ਦੀਆਂ ਦੀਵਾਰਾਂ ਦੇ ਉੱਤੇ ਹੀ ਲੱਗਣਾ ਚਾਹੀਦਾ ਹੈ। ਦਕਸ਼ਿਣ ਦੀ ਦੀਵਾਰ ਦੇ ਉੱਤੇ ਨਹੀਂ ਲੱਗਣਾ ਚਾਹੀਦਾ, ਪੱਛਚਿਮ ਦੀ ਦੀਵਾਰ ਦੇ ਉੱਤੇ ਨਹੀਂ ਲੱਗਣਾ ਚਾਹੀਦਾ। ਇਹਦਾ ਮਤਲਬ ਇਹ ਹੈ ਕਿ ਜੇਕਰ ਦੀਵਾਰ ਦੇ ਉੱਤੇ ਅਸੀਂ ਸ਼ੀਸ਼ਾ ਨਹੀਂ ਲਗਾਉਣਾ, ਜਿਹਨੂੰ ਕਿ ਅਸੀਂ ਡਰੈਸਿੰਗ ਟੇਬਲ ਕਹਿੰਦੇ ਹਾਂ, ਡਰੈਸਿੰਗ ਟੇਬਲ ਲਗਾਉਣਾ ਹੈ, ਤਾਂ ਅਸੀਂ ਕੀ ਕਰਨਾ ਹੈ ਤੇ ਉਹਨੂੰ ਪੂਰਬ ਜਾਂ ਉੱਤਰ ਦੇ ਵਿੱਚ ਹੀ ਰੱਖਣਾ ਚਾਹੀਦਾ ਹੈ। ਵਾਸਤੂ ਨੂੰ ਜਦੋਂ ਵੀ ਅਸੀਂ ਪੜ੍ਹਦੇ ਹਾਂ, ਇਹਦੇ ਵਿੱਚ ਪੂਰਬ ਔਰ ਉੱਤਰ ਦਿਸ਼ਾ ਨੂੰ ਇਤਨੀ ਜ਼ਿਆਦਾ ਮਹੱਤਤਾ ਦਿੱਤੀ ਗਈ ਹੈ ਕਿ
ਇਹ ਸਾਰਾ ਸਬਜੈਕਟ 70 ਤੋਂ 75% ਤੱਕ ਪੂਰਬ ਔਰ ਉੱਤਰ ਦੇ ਉੱਤੇ ਹੀ ਨਿਰਧਾਰਿਤ ਹੈ। ਜੇਕਰ ਅਸੀਂ ਆਪਣੇ ਲੈਟਿਨ ਦੀ ਸੀਟ ਇਸਤੇਮਾਲ ਕਰਦੇ ਹਾਂ, ਉਸ ਵੇਲੇ ਵੀ ਇਹ ਕਿਹਾ ਗਿਆ ਹੈ ਕਿ ਸਾਡਾ ਜਿਹੜਾ ਮੂੰਹ ਹੈ ਉਹ ਉੱਤਰ ਦੀ ਤਰਫ ਹੋਣਾ ਚਾਹੀਦਾ ਹੈ, ਦਕਸ਼ਿਣ ਦੀ ਤਰਫ ਜਾਂ ਪੱਛਮ ਦੀ ਤਰਫ ਨਹੀਂ ਹੋਣਾ ਚਾਹੀਦਾ। ਉੱਤਰ ਦੀ ਦਿਸ਼ਾ ਨੂੰ ਇਤਨੀ ਜ਼ਿਆਦਾ ਮਹੱਤਵ ਦਿੱਤਾ ਗਿਆ। ਪੜ੍ਹਨ ਵਾਲੇ ਬੱਚਿਆਂ ਦਾ ਮੂੰਹ ਸਿਰਫ ਉੱਤਰ ਦੇ ਵਿੱਚ ਹੋਣਾ ਚਾਹੀਦਾ ਹੈ। ਉੱਤਰ ਦੇ ਵਿੱਚ ਜਦੋਂ ਦੇਖ ਕੇ ਉਹ ਪੜ੍ਹਨਗੇ ਤਾਂ ਉਹਨਾਂ ਦੇ ਵਿੱਚ ਜਿੰਨੀ ਵੀ ਵਿੱਦਿਆ ਆਏਗੀ ਉਹ ਕਮਰਸ਼ੀਅਲ ਵਿੱਦਿਆ ਆਏਗੀ। ਉਹ ਵਿੱਦਿਆ ਉਹਨਾਂ ਨੂੰ ਪੈਸਾ ਕਮਾਉਣ ਦੇ ਵਿੱਚ ਸਹਾਇਕ ਹੋਏਗੀ। ਜੇਕਰ ਉਹ ਸਿਰਫ ਪੂਰਬ ਦੀ ਦਿਸ਼ਾ ਵੱਲ ਨੂੰ ਪੜ੍ਹਨਗੇ, ਜੇਕਰ ਉਹਨਾਂ ਦਾ ਮੂੰਹ ਪੂਰਬ ਵੱਲ ਹੈ, ਤਾਂ ਸਿਰਫ ਉਹੀ ਵਿੱਦਿਆ ਪ੍ਰਾਪਤ ਕਰ ਸਕਣਗੇ ਜਿਸ ਵਿੱਦਿਆ ਦੇ ਨਾਲ ਸਿਰਫ ਮਾਨ ਇੱਜ਼ਤ ਮਿਲਦਾ ਹੈ। ਕਿਉਂਕਿ ਪੈਸੇ ਦਾ ਦੇਵਤਾ ਤਾਂ ਉੱਤਰ 'ਚ ਵਸਦਾ ਹੈ। ਉੱਤਰ ਵੱਲ ਨੂੰ ਮੂੰਹ ਕਰਕੇ ਪੜ੍ਹਨਾ ਹੀ ਉਸ ਵਿੱਦਿਆ ਦਾ ਗਿਆਤਾ ਬਣਨਾ ਹੈ ਜਿਸ ਵਿੱਦਿਆ ਦੇ ਨਾਲ ਅਸੀਂ ਪੈਸੇ ਕਮਾ ਸਕਦੇ ਹਾਂ। ਇਸੇ ਤਰ੍ਹਾਂ ਹਰ ਘਰ ਦੇ ਵਿੱਚ ਕਾਰੋਬਾਰ ਵੀ ਹੁੰਦਾ ਹੈ। ਘਰ ਦੇ ਜਿਹੜੇ ਮਾਲਕ ਹਨ ਉਹ ਆਪਣਾ ਆਫਿਸ ਬਣਾ ਲੈਂਦੇ ਹਨ। ਉਹਨਾਂ ਨੂੰ ਵੀ ਆਪਣਾ ਜਿਹੜਾ ਸਿਟਿੰਗ ਅਰੇਂਜਮੈਂਟ ਹੈ ਉਸੇ ਤਰ੍ਹਾਂ ਰੱਖਣਾ ਚਾਹੀਦਾ ਹੈ ਕਿ ਉਹ ਉੱਤਰ ਵੱਲ ਨੂੰ ਦੇਖਣ, ਦਕਸ਼ਿਣ ਵਾਲੇ ਪਾਸੇ ਬੈਠਣ। ਉਹਨਾਂ ਦੀ ਪਿੱਠ ਦਕਸ਼ਿਣ ਵੱਲ ਹੋਏਗੀ ਤਾਂ ਮੂੰਹ ਆਪਣੇ ਆਪ ਹੀ ਉੱਤਰ ਵੱਲ ਚਲਾ ਜਾਏਗਾ। ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਵਾਸਤੂ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਅਸੀਂ ਐਸੀਆਂ ਲੈਂਦੇ ਹਾਂ ਜਿਹਨਾਂ ਨੂੰ ਅਸੀਂ ਸਾਵਧਾਨੀਆਂ ਕਹਿੰਦੇ ਹਾਂ। ਉਹਨਾਂ ਸਾਵਧਾਨੀਆਂ ਦੇ ਵਿੱਚ ਅਸੀਂ ਇਹ ਕਹਿੰਦੇ ਹਾਂ ਕਿ ਘਰ ਦੇ ਵਿੱਚ ਕੋਈ ਵੀ ਘੜੀ ਬੰਦ ਨਹੀਂ ਹੋਣੀ ਚਾਹੀਦੀ। ਸਾਨੂੰ ਚਾਹੀਦਾ ਹੈ ਕਿ ਰਾਤ ਨੂੰ ਜਦੋਂ ਅਸੀਂ ਘਰ ਆਈਏ ਤਾਂ ਆਪਣੀ ਗੱਡੀ ਨੂੰ ਬੈਕ ਕਰਕੇ ਹੀ ਘਰ ਦੇ ਵਿੱਚ ਲਗਾ ਦਈਏ ਤਾਂ ਕਿ ਸਵੇਰੇ ਜਦੋਂ ਅਸੀਂ ਨਿਕਲੀਏ ਤਾਂ ਗੱਡੀ ਸਿੱਧੀ ਘਰ ਤੋਂ ਬਾਹਰ ਨਿਕਲੇ। ਜਦੋਂ ਵੀ ਅਸੀਂ ਘਰ ਤੋਂ ਬਾਹਰ ਨਿਕਲਾਂਗੇ, ਜੇਕਰ ਅਸੀਂ ਪੂਰਬ ਜਾਂ ਉੱਤਰ ਦੀ ਦਿਸ਼ਾ ਵੱਲ ਨੂੰ ਮੁੜਾਂਗੇ ਤਾਂ ਉਹ ਜ਼ਿਆਦਾ ਫਾਇਦੇਮੰਦ ਰਹੇਗਾ। ਜੇਕਰ ਅਸੀਂ ਦਕਸ਼ਿਣ ਜਾਂ ਪੱਛਮ ਵੱਲ ਨੂੰ ਜਾਵਾਂਗੇ ਤਾਂ ਸਾਡੇ ਕੰਮ ਦੇ ਵਿੱਚ ਕਈ ਤਰ੍ਹਾਂ ਦੀਆਂ ਰੁਕਾਵਟਾਂ ਆਉਣਗੀਆਂ। ਇਸੇ ਤਰ੍ਹਾਂ ਸਾਡੇ ਘਰ ਦਾ ਜਿਹੜਾ ਮੁੱਖ ਦਰਵਾਜ਼ਾ ਹੈ ਉਹਦੇ ਸਾਹਮਣੇ ਸਾਡੇ ਪੜੋਸੀ ਦਾ ਮੁੱਖ ਦਰਵਾਜ਼ਾ ਨਹੀਂ ਆਉਣਾ ਚਾਹੀਦਾ, ਜਿਸ ਦੇ ਵਿੱਚ ਜਿਹੜੀ ਐਨਰਜੀ ਸਾਡੇ ਘਰ ਦੇ ਵਿੱਚ ਆਉਂਦੀ ਹੈ ਉਹ ਡਿਵਾਈਡ ਹੋ ਕੇ ਆਉਂਦੀ ਹੈ। ਅੱਧੀ ਪੜੋਸੀ ਦੇ ਘਰ ਜਾਂਦੀ ਹੈ, ਅੱਧੀ ਸਾਡੇ ਘਰ ਆਉਂਦੀ ਹੈ। ਪਰ ਜੇਕਰ ਸਾਡਾ ਦਰਵਾਜ਼ਾ ਉਸ ਤੋਂ ਥੋੜ੍ਹਾ ਜਿਹਾ ਹਟ ਕੇ ਹੈ ਤਾਂ ਉਹਨੂੰ ਵੀ ਪੂਰੀ ਐਨਰਜੀ ਮਿਲਦੀ ਹੈ ਔਰ ਸਾਨੂੰ ਵੀ ਪੂਰੀ ਐਨਰਜੀ ਮਿਲਦੀ ਹੈ। ਇਸੇ ਤਰ੍ਹਾਂ ਘਰ ਦੇ ਅੰਦਰ ਦੇ ਦਰਵਾਜ਼ਿਆਂ ਦੇ ਬਾਰੇ ਵੀ ਵਾਸਤੂ ਬੋਲਦਾ ਹੈ ਕਿ ਸਾਨੂੰ ਇੱਕ ਕਮਰੇ ਦੇ ਸਾਹਮਣੇ ਦੂਸਰੇ ਕਮਰੇ ਦਾ ਦਰਵਾਜ਼ਾ ਨਹੀਂ ਰੱਖਣਾ ਚਾਹੀਦਾ। ਜਦੋਂ ਵੀ ਦੋ ਦਰਵਾਜ਼ੇ ਆਮਣੇ ਸਾਹਮਣੇ ਆਉਂਦੇ ਹਨ ਜਾਂ ਦੋ ਤੋਂ ਜ਼ਿਆਦਾ ਦਰਵਾਜ਼ੇ ਆਮਣੇ ਸਾਹਮਣੇ ਆਉਂਦੇ ਹਨ ਤਾਂ ਘਰ ਦੇ ਵਿੱਚ ਜਿੰਨਾ ਵੀ ਪੈਸਾ ਆਉਂਦਾ ਹੈ ਉਹ ਉਸੇ ਸਪੀਡ ਦੇ ਨਾਲ ਘਰ ਤੋਂ ਬਾਹਰ ਨਿਕਲ ਜਾਂਦਾ ਹੈ। ਉਸ ਦੀ ਸਪੀਡ ਘਰ ਦੇ ਵਿੱਚ ਰੁਕਣ ਦੀ ਨਹੀਂ ਹੁੰਦੀ ਬਲਕਿ ਬਾਹਰ ਜਾਣ ਦੀ ਹੀ ਬਣੀ ਰਹਿੰਦੀ ਹੈ। ਇਸੇ ਤਰ੍ਹਾਂ ਅਸੀਂ ਘਰ ਦੇ ਵਿੱਚ ਤਸਵੀਰਾਂ ਦੇ ਬਾਰੇ ਕੁਝ ਗਿਆਨ ਬੋਲਾਂਗੇ। ਉਹ ਇਹ ਹੈ ਕਿ ਘਰ ਦੇ ਵਿੱਚ ਜਿੰਨੀਆਂ ਵੀ ਧਾਰਮਿਕ ਤਸਵੀਰਾਂ ਹੋਣ ਉਹ ਜਾਂ ਤਾਂ ਪੂਰਬ ਦੀ ਦੀਵਾਰ ਦੇ ਉੱਤੇ ਹੋਣ ਜਾਂ ਉੱਤਰ ਦੀ ਦੀਵਾਰ ਦੇ ਉੱਤੇ ਹੋਣ। ਕੋਈ ਵੀ ਤਸਵੀਰ ਜਿਹੜੀ ਕਿ ਹਿੰਸਕ ਹੋਵੇ, ਜਿੱਦਾਂ ਕਿ ਸ਼ੇਰ, ਚੀਤਾ, ਤਲਵਾਰ, ਤੀਰ ਕਮਾਨ, ਇਹੋ ਜਿਹੀਆਂ ਤਸਵੀਰਾਂ ਘਰ ਦੇ ਵਿੱਚ ਨਹੀਂ ਰੱਖਣੀਆਂ ਚਾਹੀਦੀਆਂ। ਤਸਵੀਰਾਂ ਦਾ ਮਹੱਤਤਾ ਇੱਕ ਹੋਰ ਵੀ ਹੈ ਕਿ ਘਰ ਦੇ ਵਿੱਚ ਜਿੰਨੇ ਵੀ ਜੀਂਦੇ ਬੰਦਿਆਂ ਦੀਆਂ ਫੋਟੋਆਂ ਜੋ ਕਿ ਅੱਜ ਕੱਲ੍ਹ ਆਮ ਤੌਰ ਦੇ ਉੱਤੇ ਲਗਾਉਣ ਦਾ ਰਿਵਾਜ਼ ਹੈ ਉਹ ਵੀ ਪੂਰਬ ਜਾਂ ਉੱਤਰ ਦੇ ਵਿੱਚ ਹੀ ਲੱਗਣੀਆਂ ਚਾਹੀਦੀਆਂ ਹਨ। ਪਰ ਜਿਹੜੇ ਸਾਡੇ ਪੂਰਵਜ ਹਨ, ਜਿਸ ਤਰ੍ਹਾਂ ਕਿ ਕੋਈ ਲੋਕ ਆਪਣੇ ਦਾਦਾ ਜੀ ਦੀ ਜਾਂ ਆਪਣੇ ਫਾਦਰ ਦੀ ਜਿਨ੍ਹਾਂ ਦੀ ਡੈਥ ਹੋ ਚੁੱਕੀ ਹੋਵੇ ਉਹਨਾਂ ਦੀਆਂ ਫੋਟੋਆਂ ਘਰ ਦੇ ਵਿੱਚ ਲਗਾਉਂਦੇ ਹਨ, ਉਹਨਾਂ ਦੀ ਫੋਟੋਆਂ ਦਾ ਸਥਾਨ ਦਕਸ਼ਿਣ ਹੈ। ਦਕਸ਼ਿਣ ਦੀ ਦੀਵਾਰ ਦੇ ਉੱਤੇ ਹੀ ਉਹ ਫੋਟੋਆਂ ਲੱਗਣੀਆਂ ਚਾਹੀਦੀਆਂ ਹਨ। ਇਸੇ ਤਰ੍ਹਾਂ ਘਰ ਦੇ ਵਿੱਚ ਕੁਝ ਸਾਵਧਾਨੀਆਂ ਹਨ ਜਿਹੜਾ ਸਾਵਧਾਨੀਆਂ ਨੂੰ ਜਿਹੜਾ ਬੰਦਾ ਰੱਖੇਗਾ ਉਸਨੂੰ ਜ਼ਰੂਰ ਫਾਇਦਾ ਮਿਲੇਗਾ। ਘਰ ਦੇ ਵਿੱਚ ਕੋਈ ਵੀ ਕੰਡਿਆਂ ਵਾਲਾ ਪੌਦਾ ਜਾਂ ਵਰਿਕਸ਼, ਜਿਸ ਤਰ੍ਹਾਂ ਕਿ ਅਨਾਰ ਦਾ ਪੌਦਾ ਬਿਲਕੁਲ ਨਹੀਂ ਹੋਣਾ ਚਾਹੀਦਾ, ਅਮਰੂਦ ਦਾ ਪੌਦਾ ਬਿਲਕੁਲ ਨਹੀਂ ਹੋਣਾ ਚਾਹੀਦਾ, ਜਾਂ ਕੈਕਟਸ ਜਾਂ ਦੂਸਰੇ ਕੰਡਿਆਂ ਵਾਲੇ ਪੌਦੇ ਬਿਲਕੁਲ ਨਹੀਂ ਹੋਣੇ ਚਾਹੀਦੇ। ਤੁਲਸੀ ਦਾ ਪੌਦਾ ਮਹੱਤਤਾ ਰੱਖਦਾ ਹੈ, ਪਰ ਤੁਲਸੀ ਦੇ ਪੌਦੇ ਦਾ ਸਥਾਨ ਨਾਰਥ ਜਾਂ ਈਸਟ ਦੇ ਸੈਂਟਰ ਦੇ ਵਿੱਚ ਜਿਹੜਾ ਸਥਾਨ ਬਣਦਾ ਹੈ, ਜਿਹਨੂੰ ਕਿ ਅਸੀਂ ਨਾਰਥ ਈਸਟ ਕਹਿੰਦੇ ਹਾਂ, ਇਸ਼ਾਨ ਕੋਣ ਹੈ, ਉਹ ਸਥਾਨ ਹੈ। ਤੁਲਸੀ ਦਾ ਪੌਦਾ ਘਰ ਦੇ ਵਿੱਚੋਂ ਬਿਮਾਰੀਆਂ ਨੂੰ ਭਜਾਉਂਦਾ ਹੈ। ਇਸੇ ਤਰ੍ਹਾਂ ਕਿੱਕਰ ਦੀ ਲੱਕੜੀ ਦਾ ਕੋਈ ਵੀ ਫਰਨੀਚਰ ਜਾਂ ਕਿੱਕਰ ਦਾ ਵਰਿਕਸ਼ ਘਰ ਦੇ ਵਿੱਚ ਨਹੀਂ ਹੋਣਾ ਚਾਹੀਦਾ। ਇਹ ਘਰ ਦੇ ਵਿੱਚ ਔਲਾਦ ਨੂੰ ਖਰਾਬ ਕਰਦਾ ਹੈ। ਜੇਕਰ ਘਰ ਦੇ ਵਿੱਚ ਕਿੱਕਰ ਦਾ ਵਰਿਕਸ਼ ਲੱਗਿਆ ਹੋਵੇ ਤਾਂ ਉਸ ਦੇ ਨਾਲ ਸਾਨੂੰ ਕਈ ਤਰ੍ਹਾਂ ਦੀਆਂ ਅੜਚਨਾਂ ਪੈਦਾ ਹੁੰਦੀਆਂ ਹਨ, ਔਲਾਦ ਦੇ ਵਿੱਚ ਅੜਚਨਾਂ ਪੈਦਾ ਹੁੰਦੀਆਂ ਹਨ। ਇਹ ਸੀ ਸਾਡਾ ਅੱਜ ਦਾ ਵਾਸਤੂ ਦਾ ਵਿਸ਼ਾ, ਜਿਸ ਦੇ ਵਿੱਚ ਅਸੀਂ ਪੇੜ ਪੌਦਿਆਂ ਦੇ ਬਾਰੇ ਜਾਂ ਤਸਵੀਰਾਂ ਦੇ ਬਾਰੇ ਕੁਝ ਬੋਲਿਆ। ਹੁਣ ਮੈਂ ਆਪ ਜੀ ਨੂੰ ਥੋੜ੍ਹਾ ਜਿਹਾ ਜੋਤਿਸ਼ ਦੇ ਬਾਰੇ ਦੱਸਾਂਗਾ। ਬਹੁਤ ਸਾਰੇ ਲੋਕ
ਪੰਡਤਾਂ ਦੇ ਕੋਲ ਜਾਂਦੇ ਹਨ, ਉਹਨਾਂ ਦੇ ਕੋਲ ਜਾ ਕੇ ਨਗ ਲਿਖਾਉਂਦੇ ਹਨ, ਨਗ ਪਾਉਂਦੇ ਹਨ, ਉਹਦਾ ਲਾਭ ਉਠਾਉਂਦੇ ਹਨ। ਪਰ ਜਿਹੜਾ ਗਰੀਬ ਆਦਮੀ ਹੈ ਉਹ ਉਸ ਦਾ ਲਾਭ ਨਹੀਂ ਉਠਾ ਸਕਦਾ, ਕਾਰਨ ਉਹ ਇੰਨੇ ਮਹਿੰਗੇ ਨਗ ਨਹੀਂ ਖਰੀਦ ਸਕਦਾ। ਪੰਡਤ ਲੋਕ ਨਗਾਂ ਦੇ ਵਿੱਚੋਂ ਕਮਿਸ਼ਨ ਖਾਂਦੇ ਹਨ। ਇਹ ਆਮ ਰੂਟੀਨ ਹੋ ਚੁੱਕੀ ਹੈ। ਨਗਾਂ ਦੇ ਬਾਰੇ ਗਿਆਨ ਘੱਟ ਹੁੰਦਾ ਹੈ ਔਰ ਉਸ ਦਾ ਜ਼ਿਆਦਾ ਪ੍ਰਸਾਰ ਕਰਕੇ ਜ਼ਿਆਦਾ ਤੋਂ ਜ਼ਿਆਦਾ ਪੈਸੇ ਕਮਾਉਣ ਦਾ ਇੱਕ ਸਾਧਨ ਬਣਾਇਆ ਗਿਆ ਹੈ। ਇਸ ਵਿਦਿਆ ਨੂੰ ਕਮਰਸ਼ਲਾਈਜ਼ ਕੀਤਾ ਗਿਆ ਹੈ, ਜਦਕਿ ਚਾਹੀਦਾ ਇਹ ਹੈ ਕਿ ਇੱਕ ਆਦਮੀ, ਜਿਸ ਆਦਮੀ ਦਾ ਬ੍ਰਹਸਪਤ ਵੀਕ ਹੋਵੇ, ਕਮਜ਼ੋਰ ਹੋਵੇ, ਉਸ ਨੂੰ ਪੰਡਤ ਲੋਕ ਆਮ ਤੌਰ ਦੇ ਉੱਤੇ ਪੁਖਰਾਜ ਪਾਉਣ ਨੂੰ ਕਹਿੰਦੇ ਹਨ। ਪੁਖਰਾਜ ਬ੍ਰਹਸਪਤ ਦਾ ਨਗ ਹੈ ਜੋ ਕਿ ਬਹੁਤ ਫਾਇਦੇਮੰਦ ਹੈ। ਪਰ ਪੁਖਰਾਜ ਦੀ ਪਹਿਚਾਣ ਕੀ ਹੈ? ਪੁਖਰਾਜ ਅਸੀਂ ਕਿੱਥੋਂ ਖਰੀਦੀਏ? ਜੇਕਰ ਸਾਡੇ ਕੋਲ ਪੈਸੇ ਨਹੀਂ ਹਨ ਤਾਂ ਅਸੀਂ ਕੀ ਕਰੀਏ? ਇਸ ਚੀਜ਼ ਦੇ ਉੱਤੇ ਇੱਕ ਬੜਾ ਸਿੰਪਲ ਜਿਹਾ ਤਰੀਕਾ ਹੈ। ਜੋ ਵੀ ਆਦਮੀ ਆਪਣੇ ਮੱਥੇ ਦੇ ਉੱਤੇ ਹਲਦੀ ਦਾ ਤਿਲਕ ਲਗਾਉਂਦਾ ਹੈ, ਹਲਦੀ ਦਾ ਟਿੱਕਾ ਲਗਾਉਂਦਾ ਹੈ, ਉਸ ਦਾ ਬ੍ਰਹਸਪਤ ਉੱਚ ਹੋ ਜਾਂਦਾ ਹੈ। ਪਰ ਹਲਦੀ ਵੀ ਮਾਰਕੀਟ ਦੇ ਵਿੱਚ ਡੁਪਲੀਕੇਟ ਮਿਲਦੀ ਹੈ। ਇਸ ਦਾ ਇੱਕ ਸਭ ਤੋਂ ਆਸਾਨ ਤਰੀਕਾ ਹੈ ਕਿ ਹਲਦੀ ਦਾ ਟੁਕੜਾ, ਜਿਹਨੂੰ ਕਿ ਹਲਦੀ ਦੀ ਗੱਠ ਕਿਹਾ ਜਾਂਦਾ ਹੈ, ਉਹ ਕਿਸੇ ਵੀ ਪੱਥਰ ਦੇ ਉੱਤੇ ਰਗੜ ਕੇ ਉਸ ਦੇ ਲੇਪ ਨੂੰ ਥੋੜ੍ਹਾ ਜਿਹਾ ਲੈ ਕੇ ਮਾਚਿਸ ਦੀ ਤੀਲੀ ਜਿੰਨਾ ਆਪਣੇ ਮੱਥੇ ਦੇ ਉੱਤੇ ਲਗਾ ਲਵੇ ਤਾਂ ਕਿ ਉਹਦਾ ਬ੍ਰਹਸਪਤ ਉੱਚ ਰਹੇ। ਇਸੇ ਤਰ੍ਹਾਂ ਪੁਖਰਾਜ ਪਾਉਣ ਦੀ ਬਜਾਏ ਜੇਕਰ ਮੱਥੇ ਦੇ ਉੱਤੇ ਹਲਦੀ ਦਾ ਤਿਲਕ ਹੈ, ਫਾਇਦੇਮੰਦ ਹੈ। ਇਸੇ ਤਰ੍ਹਾਂ ਜੇਕਰ ਹਲਦੀ ਦੀਆਂ ਗੱਠਾਂ ਨੂੰ ਜਲ ਦੇ ਵਿੱਚ ਪ੍ਰਵਾਹ ਕੀਤਾ ਜਾਵੇ ਤਾਂ ਵੀ ਬ੍ਰਹਸਪਤ ਉੱਚ ਹੁੰਦਾ ਹੈ। ਲਾਲ ਕਿਤਾਬ ਇਹ ਕਹਿੰਦੀ ਹੈ ਕਿ ਬ੍ਰਹਸਪਤ ਦੀ ਉੱਚਤਾ ਇੱਕ ਇਨਸਾਨ ਦੀ ਮਾਨ, ਮਰਿਆਦਾ, ਸਿਹਤ, ਦਿਮਾਗ ਸਭ ਦੇ ਵਾਸਤੇ ਬਹੁਤ ਜ਼ਿਆਦਾ ਜ਼ਰੂਰੀ ਹੈ। ਇਸੇ ਤਰ੍ਹਾਂ ਸੂਰਜ ਹੈ ਦੂਸਰਾ। ਸੂਰਜ ਦੇ ਵਾਸਤੇ ਬਹੁਤ ਸਾਰੇ ਜੋਤਸ਼ੀ ਮਾਨਕ ਨਾਂ ਦਾ ਨਗ ਕਿਹਾ ਜਾਂਦਾ ਹੈ ਕਿ ਪਾਇਆ ਜਾਵੇ। ਪਰ ਲਾਲ ਕਿਤਾਬ ਇਹ ਕਹਿੰਦੀ ਹੈ ਕਿ ਜਿਸ ਆਦਮੀ ਨੇ ਆਪਣੇ ਸੂਰਜ ਨੂੰ ਉੱਚ ਚੱਕਣਾ ਹੈ, ਉਸ ਨੂੰ ਕਿਸੇ ਨਗਾਂ ਦੇ ਵਿੱਚ, ਕਿਸੇ ਫਰੇਬ ਦੇ ਵਿੱਚ ਨਹੀਂ ਪੈਣਾ ਚਾਹੀਦਾ, ਕਿਸੇ ਮਹਿੰਗੇ ਉਪਾਅ ਦੇ ਵਿੱਚ ਨਹੀਂ ਪੈਣਾ ਚਾਹੀਦਾ। ਉਸ ਨੂੰ ਥੋੜ੍ਹਾ ਜਿਹਾ ਗੁੜ ਲੈ ਕੇ ਚੱਲਦੇ ਪਾਣੀ 'ਚ ਬਹਾਉਣਾ ਚਾਹੀਦਾ ਹੈ। ਗੁੜ ਚੱਲਦੇ ਪਾਣੀ ਦੇ ਵਿੱਚ ਬਹਾਉਣ ਦੇ ਨਾਲ ਉਸ ਦਾ ਸੂਰਜ ਉੱਚ ਹੋ ਜਾਂਦਾ ਹੈ। ਇਸੇ ਤਰ੍ਹਾਂ ਤੀਸਰਾ ਗ੍ਰਹਿ ਹੈ ਜਿਹੜਾ ਕਿ ਸਾਡੀਆਂ ਬਿਮਾਰੀਆਂ ਦੇ ਨਾਲ ਤਲਕ ਰੱਖਦਾ ਹੈ। ਜਦੋਂ ਕੋਈ ਬੰਦਾ ਘਰ ਦੇ ਵਿੱਚ ਜ਼ਿਆਦਾ ਬਿਮਾਰ ਹੁੰਦਾ ਹੈ ਜਾਂ ਬਾਰ-ਬਾਰ ਬਿਮਾਰੀ ਘਰ ਦੇ ਵਿੱਚ ਆਉਂਦੀ ਹੈ, ਉਸ ਵੇਲੇ ਇੱਕ ਆਮ ਇਨਸਾਨ ਨੂੰ ਕੀ ਕਰਨਾ ਚਾਹੀਦਾ ਹੈ? ਆਮ ਇਨਸਾਨ ਨੂੰ ਸਬਜ਼ੀ ਵਾਲਾ ਪੇਠਾ ਕੱਦੂ ਜਿਹੜਾ ਅੰਦਰੋਂ ਪੂਰਾ ਪੱਕ ਚੁੱਕਿਆ ਹੋਵੇ, ਸਾਬਤ ਲੈ ਕੇ ਦਿਨ ਦੇ ਟਾਈਮ ਕਿਸੇ ਵੀ ਮੰਦਰ, ਮਸਜਿਦ, ਗੁਰਦੁਆਰੇ, ਧਰਮ ਸਥਾਨ ਜਾਂ ਜਿਸ ਵੀ ਦੇਵੀ ਦੇਵਤਾ ਨੂੰ ਉਹ ਮੰਨਦਾ ਹੈ ਜਾਂ ਜਿਸ ਵੀ ਗੁਰੂ ਨੂੰ ਮੰਨਦਾ ਹੈ, ਉਸ ਦੇ ਲੰਗਰ ਦੇ ਵਿੱਚ ਜਾ ਕੇ ਦੇ ਆਵੇ। ਉਸ ਘਰ ਦੇ ਵਿੱਚੋਂ, ਜਿਹੜੇ ਘਰ ਦੇ ਵਿੱਚ ਇੱਕ ਪੇਠਾ ਕੱਦੂ ਜਿਹੜਾ ਕਿ ਸਬਜ਼ੀ ਵਾਲਾ ਹੁੰਦਾ ਹੈ, ਜੇਕਰ ਸਾਬਤ ਧਰਮ ਸਥਾਨ ਦੇ ਵਿੱਚ 3 ਮਹੀਨੇ 'ਚ ਇੱਕ ਵਾਰੀ ਦਿੱਤਾ ਜਾਵੇ, ਉਸ ਘਰ ਦੇ ਵਿੱਚ ਬਿਮਾਰੀਆਂ ਨਹੀਂ ਆਉਂਦੀਆਂ। ਇਸੇ ਤਰ੍ਹਾਂ ਮਕਾਨ ਇੱਕ ਸ਼ਨੀ ਦੀ ਵਸਤੂ ਹੈ। ਬਹੁਤ ਸਾਰੀਆਂ ਚੀਜ਼ਾਂ ਵਾਸਤੂ ਦੇ ਮੁਤਾਬਕ ਨਹੀਂ ਬਣ ਪਾਉਂਦੀਆਂ, ਪਰ ਜੇਕਰ ਸ਼ਨੀ ਨੂੰ ਹੀ ਸ਼ੁੱਧ ਕਰ ਲਿਆ ਜਾਵੇ ਤਾਂ ਲਾਲ ਕਿਤਾਬ ਇਹ ਕਹਿੰਦੀ ਹੈ ਕਿ ਜਿਸ ਵੀ ਇਨਸਾਨ ਦਾ ਸ਼ਨੀ ਧਰਮ ਸਥਾਨ ਦੇ ਉੱਤੇ ਹੈ, ਪੱਤਰੀ ਦੇ ਵਿੱਚ, ਦੂਜੇ ਘਰ ਦੇ ਵਿੱਚ ਹੈ, ਉਸ ਦੇ ਉੱਤੇ ਵਾਸਤੂ ਜਾਂ ਉਸ ਦਾ ਮਕਾਨ ਕੋਈ ਭੈੜਾ ਅਸਰ ਨਹੀਂ ਰੱਖਦਾ। ਉਸ ਜਗ੍ਹਾ ਦੇ ਉੱਤੇ ਜਾਣ ਦੇ ਵਾਸਤੇ ਸਾਨੂੰ ਚਾਹੀਦਾ ਹੈ ਕਿ ਸਰੋਂ ਦਾ ਤੇਲ ਲੈ ਕੇ, ਸਰੋਂ ਦਾ ਤੇਲ ਇੱਕ ਸ਼ਨੀ ਦੀ ਵਸਤੂ ਹੈ, ਉਹਨੂੰ ਧਰਮ ਸਥਾਨ ਦੇ ਉੱਤੇ ਦੇਣਾ ਚਾਹੀਦਾ ਹੈ। ਜੇਕਰ ਕਿਸੇ ਬੰਦੇ ਨੂੰ ਕੋਈ ਬੰਦਾ ਇਹ ਕਵੇ ਕਿ ਤੇਰਾ ਸ਼ਨੀ ਵੀਕ ਹੈ, ਤਾਂ ਸ਼ਨੀ ਨੂੰ ਉੱਚ ਚੱਕਣ ਦਾ ਤਰੀਕਾ ਬਹੁਤ ਆਸਾਨ ਹੈ, ਜਿਹੜਾ ਕਿ ਘੰਟਿਆਂ ਦੇ ਵਿੱਚ ਅਸਰ ਕਰਦਾ ਹੈ। ਸਰੋਂ ਦੇ ਤੇਲ ਦੇ ਵਿੱਚ ਮੂੰਹ ਦੇਖੋ। ਮੂੰਹ ਦੇਖਣ ਨੂੰ ਅਸੀਂ ਕਹਿੰਦੇ ਹਾਂ ਛਾਇਆ ਪਾਤਰ, ਯਾਨੀ ਕਿ ਸ਼ਨੀ, ਸਰੋਂ ਦੇ ਤੇਲ ਨੂੰ ਸ਼ਨੀ ਕਿਹਾ ਗਿਆ, ਸ਼ਨੀ ਦੇ ਵਿੱਚ ਅਸੀਂ ਮੂੰਹ ਦੇਖ ਲਿਆ, ਆਪਣੀ ਛਾਇਆ ਪਾ ਦਿੱਤੀ। ਉਸ ਤੇਲ ਦਾ ਦਾਨ ਕਰਨਾ ਕਿਸੇ ਮੰਦਿਰ 'ਚ ਜਾ ਕੇ, ਗੁਰਦੁਆਰੇ 'ਚ ਜਾ ਕੇ, ਮਸਜਿਦ 'ਚ ਜਾ ਕੇ, ਜਾਂ ਜਿਹੜਾ ਬੰਦਾ ਉਸ ਨੂੰ ਲੈਣ ਆਉਂਦਾ ਹੈ ਸ਼ਨੀਵਾਰ ਵਾਲੇ ਦਿਨ, ਜੋ ਆਦਮੀ ਸਰੋਂ ਦੇ ਤੇਲ ਦੇ ਵਿੱਚ ਮੂੰਹ ਦੇਖ ਕੇ ਦਾਨ ਕਰਦਾ ਹੈ, ਉਹ ਸਰੋਂ ਦਾ ਤੇਲ ਉਸ ਦੇ ਕਾਫੀ ਸਾਰੇ ਵਾਸਤੂ ਦੇ ਜਿਹੜੇ ਦੋਸ਼ ਹਨ ਉਹਨਾਂ ਨੂੰ ਦੂਰ ਕਰ ਦਿੰਦਾ ਹੈ। ਇਸੇ ਤਰ੍ਹਾਂ ਅਲੱਗ-ਅਲੱਗ ਗ੍ਰਹਿ, ਜਿਸ ਤਰ੍ਹਾਂ ਕਿ ਸ਼ਨੀ ਦੇ ਵਾਸਤੇ ਲੋਕਾਂ ਨੂੰ ਨੀਲਮ ਪਾਉਣ ਲਈ ਕਿਹਾ ਜਾਂਦਾ ਹੈ। ਨੀਲਮ ਬਹੁਤ ਮਹਿੰਗਾ ਨਗ ਹੈ, ਇੱਕ ਆਮ ਆਦਮੀ ਨੀਲਮ ਨਹੀਂ ਲੈ ਸਕਦਾ। ਲਾਲ ਕਿਤਾਬ ਉਸ ਦੇ ਵਾਸਤੇ ਉਸ ਨੂੰ ਇਹ ਕਹਿੰਦੀ ਹੈ ਕਿ ਉਸ ਨੂੰ ਡਲੀ ਵਾਲਾ ਸੁਰਮਾ, ਅੱਖ ਨੂੰ ਵੀ ਸ਼ਨੀ ਕਿਹਾ ਗਿਆ, ਸੁਰਮੇ ਨੂੰ ਵੀ ਡਲੀ ਵਾਲੇ ਨੂੰ ਸ਼ਨੀ ਕਿਹਾ ਗਿਆ। ਡਲੀ ਵਾਲਾ ਸੁਰਮਾ ਜੇਕਰ ਕੋਈ ਸ਼ਖਸ ਲੈ ਕੇ ਵੀਰਾਨ ਜਗ੍ਹਾ 'ਚ ਦਬਾ ਦਿੰਦਾ ਹੈ ਤਾਂ ਧਰਤੀ, ਜੋ ਕਿ ਸ਼ੁੱਕਰ ਹੈ, ਸ਼ਨੀ ਦੀ ਦੋਸਤ ਹੈ, ਉਸ ਦੀ ਸਹਾਇਤਾ ਕਰਦੀ ਹੈ। ਉਹ ਸੁਰਮਾ ਉਸ ਦੇ ਸ਼ਨੀ ਨੂੰ ਉੱਚ ਕਰ ਦਿੰਦਾ ਹੈ। ਇਸੇ ਤਰ੍ਹਾਂ ਛੋਟੀਆਂ-ਛੋਟੀਆਂ ਚੀਜ਼ਾਂ, ਜਿਸ ਤਰ੍ਹਾਂ ਕਿ ਸਾਨੂੰ ਇਹ ਚਾਹੀਦਾ ਹੈ ਕਿ ਅਸੀਂ ਜਦੋਂ ਵੀ ਕੋਈ ਮਕਾਨ ਬਣਾਈਏ ਤਾਂ ਉਹਦਾ ਸ਼ੁਭ ਮਹੂਰਤ ਕਢਾਈਏ, ਉਸ ਦੀ
ਪੂਜਾ ਕਰੀਏ, ਉਸ ਦਾ ਜਿਹੜਾ ਪਹਿਲਾ ਟੱਕ ਹੈ ਜਿਸ ਨੂੰ ਕਿ ਅਸੀਂ ਖੁਦਾਈ ਕਹਿੰਦੇ ਹਾਂ, ਉਹ ਪੂਰਬ ਉੱਤਰ ਦੇ ਵਿੱਚ ਲਗਾਇਆ ਜਾਵੇ। ਦਕਸ਼ਿਣ ਦੇ ਵਿੱਚ ਕਦੀ ਪਟਾਈ ਨਾ ਸ਼ੁਰੂ ਕੀਤੀ ਜਾਵੇ। ਜਿਸ ਵੇਲੇ ਉਸਨੇ ਮਕਾਨ ਬਣਾਉਣਾ ਹੈ, ਪੰਡਤ ਨੂੰ ਪੁੱਛਿਆ ਜਾਵੇ ਕਿ ਭੂਮੀ ਸੁੱਤੀ ਪਈ ਹੈ ਜਾਂ ਭੂਮੀ ਜਾਗ ਰਹੀ ਹੈ। ਜਿਹੜੇ ਦਿਨ ਪੰਡਤ ਉਹਨੂੰ ਦੱਸੇ ਕਿ ਇਸ ਮੁਹੂਰਤ ਦੇ ਵਿੱਚ ਉਹ ਖੁਦਾਈ ਕਰ ਸਕਦਾ ਹੈ, ਉਹਨਾਂ ਦਿਨਾਂ ਦੇ ਵਿੱਚ ਹੀ ਖੁਦਾਈ ਕਰਨੀ ਚਾਹੀਦੀ ਹੈ। ਬਕਾਇਦਾ ਜਿਸ ਵੇਲੇ ਮਕਾਨ ਬਣਾਉਣਾ ਹੈ ਜਾਂ ਘਰ ਦੇ ਵਿੱਚ ਪ੍ਰਵੇਸ਼ ਕਰਨਾ ਹੈ, ਜਿਸ ਨੂੰ ਗ੍ਰਹਿ ਪ੍ਰਵੇਸ਼ ਕਿਹਾ ਜਾਂਦਾ ਹੈ, ਦੋਨੋਂ ਇੱਕ ਅਲੱਗ-ਅਲੱਗ ਚੀਜ਼ਾਂ ਹਨ। ਮਕਾਨ ਬਣਾਉਣ ਵੇਲੇ ਵੀ, ਮਕਾਨ ਨੂੰ ਸ਼ੁਰੂ ਕਰਨ ਵੇਲੇ ਸਾਨੂੰ ਜ਼ਰੂਰ ਉਹਦਾ ਸ਼ੁਭ ਮਹੂਰਤ ਕਢਾਉਣਾ ਚਾਹੀਦਾ ਹੈ। ਗ੍ਰਹਿ ਪ੍ਰਵੇਸ਼ ਵੇਲੇ ਵੀ, ਜਦੋਂ ਅਸੀਂ ਗ੍ਰਹਿ ਦੇ ਵਿੱਚ ਪ੍ਰਵੇਸ਼ ਕਰਦੇ ਹਾਂ, ਉਸ ਵੇਲੇ ਵੀ ਸਾਨੂੰ ਉਸ ਦਾ ਸ਼ੁਭ ਮਹੂਰਤ ਕਢਾਉਣਾ ਚਾਹੀਦਾ ਹੈ। ਅਤੇ ਜੋ ਵੀ ਦਾਨ ਦਕਸ਼ਨਾ ਸਾਡੇ ਤੋਂ ਬਣੇ, ਉਹ ਕਰਕੇ ਉਸ ਦੇ ਵਿੱਚ ਐਂਟਰ ਕਰਨਾ ਚਾਹੀਦਾ ਹੈ।